ਜਰਮਨੀ 'ਚ ਟ੍ਰੇਨ ਐਕਸੀਡੈਂਟ ਹੋਇਆ ਸੀ ਤੇ ਟ੍ਰੇਨ ਮੇਰੇ ਦੋਨੇ ਹੀ ਲੈਗਸ ਦੇ ਉੱਪਰ ਦੀ ਜਾਂ ਕਹਿ ਲਓ ਮੈਨੂੰ ਸਕਿਡ ਕਰਦਾ ਲੈ ਗਈ 40 ਯਾਰਡ ਤੱਕ। ਉੱਥੇ ਇਹ ਦੋਨੇ ਲੈਗਸ ਇੰਪਿਊਟ ਹੋ ਗਈਆਂ, ਇਹ ਰਿਬਸ ਟੁੱਟ ਗਈਆਂ, ਇਹ ਜਾ ਮੇਰਾ ਦੁਬਾਰਾ ਇਹ ਆਈ ਮੇਰੀ ਦੁਬਾਰਾ ਬਣਾਈ ਔਰ ਹੈਡ ਇੰਜਰੀ ਬਹੁਤ ਜ਼ਿਆਦਾ ਸੀ। ਆਈ ਰਿਮੇਨਡ ਇਨ ਕੋਮਾ। ਮੈਂ ਯੂਨਾਈਟਿਡ ਨੇਸ਼ਨ 'ਚ ਸਿਲੈਕਟ ਹੋਣ ਤੋਂ ਪਹਿਲਾਂ ਕਾਲਜ ਟਾਈਮ 'ਚ ਐਥਲੀਟ ਸੀਗਾ। ਮੇਰਾ ਕੰਮ ਹੀ ਲੱਤਾਂ ਦੇ ਸਿਰ 'ਤੇ ਦੌੜਨਾ ਸੀਗਾ ਜੀ। ਸਰ ਕਹਿੰਦੇ ਨੇ ਕਿ ਚੜ੍ਹਦੇ ਸੂਰਜ ਨੂੰ ਹਮੇਸ਼ਾ ਸਲਾਮ ਹੁੰਦੀ ਹੈ। ਇੱਕ ਇਨਸਾਨ ਜਦੋਂ ਵਿਦੇਸ਼ ਦੀ ਧਰਤੀ 'ਤੇ ਪੈਰ ਰੱਖਦਾ ਹੈ ਤਾਂ ਬਹੁਤ ਸਾਰੇ ਜਿਹੜੇ ਅਣਜਾਣ ਸ਼ਖਸ ਆ ਉਹ ਵੀ ਤੁਹਾਨੂੰ ਆਪਣੇ ਰਿਸ਼ਤੇਦਾਰ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਅਤੇ ਯੂਨਾਈਟਿਡ ਨੇਸ਼ਨਸ ਤੱਕ ਆਪਣੇ ਬਲਬੂਤੇ ਦੇ ਉੱਤੇ ਪਹੁੰਚ ਜਾਣਾ ਯਾਨੀ ਕਿ ਇੱਕ ਸਫਲ ਇਨਸਾਨ ਦੀ ਕਹਾਣੀ ਹੁੰਦੀ ਹੈ। ਬਹੁਤ ਸਾਰੇ ਲੋਕ ਤੁਹਾਡੇ ਨਾਲ ਉਸ ਟਾਈਮ 'ਤੇ ਜੁੜ ਗਏ ਹੋਣਗੇ। ਜਦੋਂ ਇਹ ਹਾਦਸਾ ਹੋਇਆ, ਜਦੋਂ ਤੁਸੀਂ ਆਪਣੇ ਬੈੱਡ ਦੇ ਉੱਤੇ ਲੰਮੇ ਪੈ ਗਏ, ਕੀ ਬਹੁਤ ਸਾਰੇ ਲੋਕਾਂ ਦੇ ਚਿਹਰਿਆਂ ਤੋਂ ਨਕਾਬ ਉਤਰੇ? ਸਮਾਜ ਦੇ ਆਪਣੇ ਇੱਕ ਟ੍ਰੈਂਡਸ ਬਣੇ ਹੋਏ ਨੇ। ਉਹ ਅਪਾਹਜ ਬੰਦੇ ਦੀ ਇੱਜ਼ਤ ਨਹੀਂ ਕਰਦਾ, ਉਹਨੂੰ ਮਿੰਦ ਕੇ ਲੰਘ ਜਾਂਦਾ ਹੈ, ਜਾਂ ਇਹ ਕਹਿ ਲਓ ਵੀਕਰ ਸੈਕਸ਼ਨ ਵੀ ਇਸ ਚੀਜ਼ ਦਾ ਪੜਤਾੜਤ ਹੈ। ਇੱਦਾਂ ਹੁੰਦਾ ਹੈ ਸਮਾਜ ਦੇ ਵਿੱਚ, ਪੈਸੇ ਵਾਲੇ ਦੀ ਕਦਰ ਹੁੰਦੀ ਹੈ। ਜਿਹਨੂੰ ਮੈਂ ਰੋਜ਼ ਨਿਖਾਰਦਾ, ਰੋਜ਼ ਵਾਸ਼ ਕਰਦਾ ਬੋਡੀ ਨੂੰ, ਜਿਹਨੂੰ ਮੈਂ ਇੰਨਾ ਸ਼ੀਸ਼ੇ 'ਚ ਦੇਖਦਾ, ਇਹ ਵੀ ਮੇਰਾ ਪਾਰਟ ਨਹੀਂ ਹੈਗਾ। ਇਹ ਵੀ ਮੈਂ ਲੋਕਾਂ ਦੀ, ਆਪਣੇ ਪੇਰੈਂਟਸ ਦੀ, ਆਪਣੇ ਰਿਲੇਟਿਵਸ ਦੀ ਜਲਾ ਦਿੰਦਾ ਤੇ ਇਹ ਵੀ ਮੇਰੀ ਨਹੀਂ ਹੈਗੀ। ਲਵਯੂ ਜ਼ਿੰਦਗੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਜਦੋਂ ਵੀ ਚੰਡੀਗੜ੍ਹ ਪੁਲਿਸ ਦੀ ਗੱਲ ਚੱਲਦੀ ਹੈ ਤਾਂ ਇੱਕ ਨਾਮ ਜ਼ਹਿਨ ਦੇ ਵਿੱਚ ਆਉਂਦਾ ਹੈ ਅਤੇ ਉਸ ਦੇ ਦੋ ਕਾਰਨ ਨੇ। ਇੱਕ ਕਾਰਨ ਤਾਂ ਇਹ ਹੈ ਕਿ ਉਹਨਾਂ ਨੂੰ ਸਰੀਰਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹਨਾਂ ਨੇ ਹਾਰ ਨਹੀਂ ਮੰਨੀ, ਬਲਕਿ ਮਿਹਨਤ ਦੇ ਨਾਲ ਪੁਲਿਸ ਦੇ ਖੇਤਰ ਦੇ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ। ਅਤੇ ਦੂਸਰਾ ਕਾਰਨ ਇਹ ਹੈ ਕਿ ਉਹ ਅੱਜ ਵੀ ਨੌਜਵਾਨਾਂ ਦੇ ਲਈ, ਬੱਚਿਆਂ ਦੇ ਲਈ ਇੱਕ ਮੁਹਿੰਮ ਚਲਾ ਰਹੇ ਨੇ, ਉਹਨਾਂ ਨੂੰ ਆਪਣੇ ਵਿਰਸੇ, ਆਪਣੇ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਗੱਲ ਕਰ ਰਹੀ ਹਾਂ ਇੰਸਪੈਕਟਰ ਰਾਮਦਿਆਲ ਜੀ ਦੀ, ਤੇ ਉਹਨਾਂ ਦੇ ਨਾਲ ਅਸੀਂ ਗੁਫ਼ਤਗੂ ਕਰਦੇ ਹਾਂ, ਗੱਲਬਾਤ ਕਰਦੇ ਹਾਂ। ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਮੈਮ, ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ। ਸਰ, ਸਭ ਤੋਂ ਪਹਿਲਾਂ ਤਾਂ ਇਹੀ ਪੁੱਛਣਾ ਚਾਹਾਂਗੇ ਕਿ ਜੋ ਤੁਹਾਨੂੰ ਸਰੀਰਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕੀ ਇਹ ਬਾਏ ਬਰਥ ਸੀ ਜਾਂ ਬਾਅਦ ਵਿੱਚ ਕੋਈ ਹਾਦਸਾ ਹੋਇਆ ਸੀ? ਇਹ ਹਾਦਸਾ ਹੋਇਆ ਸੀ ਜੀ। ਆਈ ਵਾਜ਼ ਵਰਕਿੰਗ ਇਨ ਯੂਨਾਈਟਿਡ ਨੇਸ਼ਨ ਇਨ ਕੋਸੋਵੋ। ਯੂਗੋਸਲੇਵੀਆ ਦਾ ਪਾਰਟ ਹੈ ਕੋਸੋਵੋ ਜੀ। ਉੱਥੇ ਵੋਰ ਚੱਲ ਰਿਹਾ ਸੀ ਦੋ ਕਾਸਟਾਂ ਦੇ ਵਿੱਚ, ਤੇ ਉੱਥੇ ਮੇਰੀ 98 ਦੇ ਵਿੱਚ 1998 'ਚ ਸਿਲੈਕਸ਼ਨ ਹੋਈ ਸੀ, ਜਦੋਂ ਉਹ ਵੋਰ ਜਸਟ ਇੰਟਰਮ ਐਡਮਿਨਿਸਟ੍ਰੇਸ਼ਨ ਮਿਸ਼ਨ ਲਗਾਇਆ ਸੀ UN ਨੇ, ਯੂਨਾਈਟਿਡ ਨੇਸ਼ਨ ਨੇ ਜੀ। ਤੋ ਆਈ ਵਾਜ਼ ਸਿਲੈਕਟਡ ਦੇਅਰ ਐਂਡ ਬੜੇ ਟੈਸਟ ਹੋਏ। ਪਹਿਲਾਂ ਇੱਥੇ ਇੰਡੀਆ 'ਚ ਰਹਿ ਕੇ ਉਹ ਟੈਸਟ ਕਲੀਅਰ ਕਰਨ ਤੋਂ ਬਾਅਦ ਸਾਰੇ ਇੰਡੀਆ ਦੀ ਪੁਲਿਸ ਆਉਂਦੀ ਹੈ, ਅਤੇ ਫਿਰ ਦੈਨ ਉੱਥੇ ਸਿਲੈਕਸ਼ਨ ਤੋਂ ਬਾਅਦ ਮੈਂ ਜੁਆਇਨ ਕੀਤਾ। ਜੁਆਇਨ ਕਰਕੇ ਟ੍ਰੇਨਿੰਗ ਤੋਂ ਬਾਅਦ ਉੱਥੇ ਰੀਅਲ ਪੁਲਿਸਿੰਗ ਅਸੀਂ ਕਰ ਰਹੇ ਸੀ, ਅਤੇ ਉਹਦੇ ਵਿੱਚ ਛੁੱਟੀ ਦੇ ਦੌਰਾਨ ਮੈਂ ਜਰਮਨੀ ਗਿਆ ਹੋਇਆ ਸੀ। ਜਰਮਨੀ 'ਚ ਟ੍ਰੇਨ ਐਕਸੀਡੈਂਟ ਹੋਇਆ ਸੀ, ਅਤੇ ਟ੍ਰੇਨ ਮੇਰੇ ਦੋਨੇ ਹੀ ਲੈਗਸ ਦੇ ਉੱਪਰ ਦੀ ਜਾਂ ਕਹਿ ਲਓ ਮੈਨੂੰ ਸਕਿਡ ਕਰਦਾ ਲੈ ਗਈ 40 ਯਾਰਡ ਤੱਕ। ਉੱਥੇ ਇਹ ਦੋਨੇ ਲੈਗਸ ਇੰਪਿਊਟ ਹੋ ਗਈਆਂ, ਇਹ ਰਿਬਸ ਟੁੱਟ ਗਈਆਂ, ਇਹ ਜਾ ਮੇਰਾ ਦੁਬਾਰਾ ਇਹ ਆਈ ਮੇਰੀ ਦੁਬਾਰਾ ਬਣਾਈ ਔਰ ਹੈਡ ਇੰਜਰੀ ਬਹੁਤ ਜ਼ਿਆਦਾ ਸੀ। ਆਈ ਰਿਮੇਨਡ ਇਨ ਕੋਮਾ ਫॉर so many days and luckily for God's sake, for Almighty sake, मैं बच गया ਜਾਂ survive ਕਰ ਪਾਇਆ। This was the accident happened with me in 2000 ਜੀ। 17 ਮਈ 2000 ਨੂੰ ਇਹ ਫਰੈਂਕਫਰਟ ਸਿਟੀ
ਦੇ ਸੈਂਟਰਲ ਮਾਰਕੀਟ ਦੇ ਜਿਹੜਾ ਰੇਲਵੇ ਸਟੇਸ਼ਨ ਹੈ ਉੱਥੇ ਹੋਇਆ ਸੀਗਾ ਜੀ। ਸਰ ਬਹੁਤ ਦੁਖਦਾਈ ਇਹ ਹਾਦਸਾ ਤੁਸੀਂ ਦੱਸਿਆ ਹੈ ਕਿ ਹੈ। ਮੈਨੂੰ ਇੱਕ ਗੱਲ ਦੱਸੋ ਕਿ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੁੰਦੀ ਹੈ, ਦੇਸ਼ ਵਿਦੇਸ਼ ਦੇ ਵਿੱਚ ਤੁਸੀਂ ਆਪਣੀ ਇੱਕ ਪਹਿਚਾਣ ਬਣਾ ਰਹੇ ਹੁੰਦੇ ਹੋ, ਅਤੇ ਅਚਾਨਕ ਇਸ ਤਰ੍ਹਾਂ ਦਾ ਹਾਦਸਾ ਹੋ ਜਾਂਦਾ ਹੈ ਅਤੇ ਤੁਹਾਡੀ ਜ਼ਿੰਦਗੀ ਦਾ ਰੁੱਖ ਪਲਟ ਜਾਂਦਾ ਹੈ ਅਤੇ ਤੁਹਾਡੀ ਜ਼ਿੰਦਗੀ ਵੀ ਬਦਲ ਗਈ ਹੋਏਗੀ। ਕੀ ਬਦਲਾਵ ਆਇਆ ਜਦੋਂ ਤੁਹਾਡੇ ਨਾਲ ਇਹ ਹਾਦਸਾ ਹੋ ਗਿਆ? ਬਹੁਤ ਇਮੋਸ਼ਨਲ ਕੁਐਸਚਨ ਤੁਸੀਂ ਆਨਸਰ ਕਰਨਾ ਇਹਦਾ। ਮੈਂ ਜੇ ਰਿਐਲਿਟੀ 'ਚ ਜੋ ਫੇਸ ਕੀਤਾ ਉਹ ਤੁਹਾਨੂੰ ਦੱਸ ਰਿਹਾ ਕਿ ਮੈਂ ਯੂਨਾਈਟਿਡ ਨੇਸ਼ਨ 'ਚ ਸਿਲੈਕਟ ਹੋਣ ਤੋਂ ਪਹਿਲਾਂ ਕਾਲਜ ਟਾਈਮ 'ਚ ਐਥਲੀਟ ਸੀਗਾ। ਮੇਰਾ ਕੰਮ ਹੀ ਲੱਤਾਂ ਦੇ ਸਿਰ 'ਤੇ ਦੌੜਨਾ ਸੀਗਾ ਜੀ। ਅਤੇ ਮੈਂ ਜਦੋਂ ਇਹ ਜੋਬ ਕਰ ਰਿਹਾ ਸੀ, ਆਈ ਬਿਲੋਂਗ ਟੂ ਹੁਸ਼ਿਆਰਪੁਰ ਡਿਸਟ੍ਰਿਕਟ ਪੰਜਾਬ ਦੇ ਵਿੱਚ ਪਿੰਡ ਹੈ ਹੁਕੜਾਂ ਪਿੰਡ ਮੇਰਾ ਉਹਦਾ ਨਾਂ ਹੈਗਾ। ਇੱਕ ਗਰੀਬ ਬੱਚਾ ਉੱਥੋਂ ਪੜ੍ਹ ਕੇ ਜਦੋਂ ਜਾਂਦਾ ਐਡੀ ਉਚਾਈ 'ਤੇ ਪਹੁੰਚ ਜਾਂਦਾ ਹੈ, ਔਰ ਯੂਨਾਈਟਿਡ ਨੇਸ਼ਨ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਹੈ। ਉੱਥੇ ਜਾ ਕੇ ਐਂ ਲੱਗਦਾ ਸੀਗਾ ਕਿ ਮੈਂ ਦੁਨੀਆ ਦੇ ਵਿੱਚ ਮਤਲਬ ਆਈ ਅਚੀਵਡ ਸੋ ਮੈਨੀ ਥਿੰਗ, ਆਈ ਫੀਲ ਸਕਸੈਸਫੁਲ ਮੈਨ। ਐਂਡ ਇੱਕਦਮ ਉਸ ਤੋਂ ਜ਼ੀਰੋ 'ਤੇ ਆਉਣ ਨਾਲ ਦੁਬਾਰਾ ਤੋਂ ਇਵੇਂ ਹੋਇਆ ਕਿ ਮੇਰੇ ਕੋਲ ਕੁਛ ਬਚਿਆ ਹੀ ਨਹੀਂ। ਮੈਂ ਮਤਲਬ ਜੀਣਾ ਨਹੀਂ ਸੀ ਚਾਹੁੰਦਾ। ਔਰ ਸੈਕਿੰਡ ਥਿੰਗ ਕਿ ਮੇਰਾ ਰਿਐਲਿਟੀ ਦੇ ਵਿੱਚ ਮਰਨ ਨੂੰ ਦਿਲ ਕਰਦਾ ਸੀ ਬੜੀ ਟਾਈਮ। ਮੈਂ ਸੁਸਾਈਡ ਲਈ ਬੜਾ ਥੋਟ 'ਚ ਰਹਿੰਦਾ ਸੀ ਔਰ ਲੱਗਦਾ ਹੀ ਨਹੀਂ ਸੀ, ਚੰਗਾ ਹੀ ਨਹੀਂ ਲੱਗਦਾ ਸੀ ਜ਼ਿੰਦਗੀ। ਹੁਣ ਮੈਨੂੰ ਦਿਖਦਾ ਸੀ ਮੇਰੇ ਸਾਹਮਣੇ ਇਹ ਤਸਵੀਰ ਜ਼ਿਹਨ 'ਚ ਹਰ ਵੇਲੇ ਰਹਿੰਦੀ ਸੀ ਉਦੋਂ ਕਿ ਮੈਂ ਖੜਾ ਨਹੀਂ ਹੋ ਸਕਦਾ। ਮੈਂ ਜ਼ਿੰਦਗੀ 'ਚ ਚੱਲਣਾ ਤਾਂ ਬਹੁਤ ਦੂਰ, ਦੌੜਨਾ ਤਾਂ ਬਹੁਤ ਦੂਰ, ਮੈਂ ਹੁਣ ਖੜਾ ਹੀ ਨਹੀਂ ਹੋ ਸਕਦਾ। ਆਰਟੀਫਿਸ਼ਲ ਲਿੰਬਸ ਜਦੋਂ ਲਗਵਾਏ, ਆਰਟੀਫਿਸ਼ਲ ਲਿੰਬਸ ਨਾਲ ਕਰਚਜ਼ ਨਾਲ ਚੱਲਣਾ ਸਿੱਖ ਰਿਹਾ ਸੀ, ਉਦੋਂ ਵੀ ਮੈਨੂੰ ਮਤਲਬ ਜੀਣਾ ਨਹੀਂ ਸੀ ਚਾਹੁੰਦਾ। ਫਿਰ ਹੌਲੀ ਹੌਲੀ ਬਟ ਕਹਿੰਦੇ ਨਹੀਂ ਟਾਈਮ ਇਜ਼ ਏ ਬਿਗ ਹੀਲਰ। ਸੋ ਮੇਰੇ ਬ੍ਰਦਰ ਆਏ, ਉਹ ਮੇਰੇ ਫਾਦਰ ਦੀ ਤਰ੍ਹਾਂ ਹੀ ਆ। ਮੇਰੇ ਫਾਦਰ ਬਚਪਨ 'ਚ ਮੈਂ ਛੋਟਾ ਸੀ, ਡੈਥ ਹੋ ਗਈ ਸੀ ਉਹਨਾਂ ਦੀ, ਅਤੇ ਮੈਨੂੰ ਬ੍ਰਦਰ ਨੇ ਮੈਨੂੰ ਪਾਲਿਆ, ਉਹਨਾਂ ਨੇ ਪੜ੍ਹਾਇਆ। ਅਤੇ ਉਹ ਉਦੋਂ ਕਮਾਂਡੈਂਟ ਸੀ BSF ਦੇ ਵਿੱਚ, ਉਹਨਾਂ ਦੀ ਪੋਸਟਿੰਗ ਸੀ ਨਾਰਥ ਈਸਟ। ਉੱਥੋਂ ਛੁੱਟੀ ਲੈ ਕੇ ਆਏ, ਉਹਨਾਂ ਨੇ ਮੈਨੂੰ ਮੋਟੀਵੇਟ ਕਰਨਾ ਸ਼ੁਰੂ ਕੀਤਾ। ਲਗਾਤਾਰ ਉਹ ਮੇਰੇ ਕੋਲ ਰਹੇ ਔਰ ਉਹਨਾਂ ਦੇ ਮੋਟੀਵੇਸ਼ਨ 'ਚ ਕਹਿ ਲਓ ਜਾਂ ਮੇਰੀ ਇੱਕ ਦੁਬਾਰਾ ਲਾਈਫ ਸਟਾਰਟ ਕਰਨ ਦੇ ਵਿੱਚ ਉਹਨਾਂ ਨੇ ਮੈਨੂੰ ਇੱਕ ਆਈਡੀਆ ਦਿੱਤਾ ਕਿ ਰਾਮਦਿਆਲ ਨਾ ਤੂੰ ਹੁਣ ਲੋਕਾਂ ਲਈ ਜੀਆ ਕਰ। ਅੱਛਾ। ਤੂੰ ਦੂਸਰਿਆਂ ਲਈ ਜੀਏਗਾ ਤਾਂ ਤੇਰੀ ਆਪਣੀ ਜਿਹੜੀ ਲਾਈਫ ਹੈ ਉਹ ਸੌਖੀ ਹੋ ਜਾਏਗੀ, ਉਹ ਚੰਗੀ ਹੋ ਜਾਏਗੀ। ਇਹ ਆਈਡੀਆ ਪਹਿਲਾਂ ਤਾਂ ਮੈਨੂੰ ਬੜਾ ਉਹ ਲੱਗਦਾ ਸੀ। ਫਿਰ ਉਹਨਾਂ ਨੇ ਪ੍ਰੈਕਟੀਕਲੀ ਮੈਨੂੰ ਲੈ ਕੇ ਗਏ ਪਿੰਡਾਂ ਦੇ ਵਿੱਚ ਜਿੱਥੇ ਮੈਂ ਪੜ੍ਹਿਆ। ਜਿਹੜੇ ਪ੍ਰਾਇਮਰੀ ਸਕੂਲ 'ਚ ਅਸੀਂ ਪੜ੍ਹੇ ਹਾਂ, ਅਸੀਂ ਗੌਰਮੈਂਟ ਸਕੂਲ 'ਚ ਤਿੰਨੇ ਭਰਾ ਅਸੀਂ ਪੜ੍ਹੇ ਹਾਂ, ਔਰ ਉੱਥੇ ਦੇਖਿਆ ਉਹੀ ਹਾਲ। ਮੈਂ ਖੁਦ ਨੰਗੇ ਪੈਰੀਂ ਪੜ੍ਹਨ ਜਾਂਦਾ ਰਿਹਾ, ਅਤੇ ਉੱਥੇ ਉਸ ਤੋਂ ਜੋ ਲੈ ਕੇ ਗਏ ਮੈਨੂੰ, ਉੱਥੇ ਉਸ ਦਿਨ ਵੀ ਸਾਨੂੰ ਬਹੁਤ ਬੱਚੇ ਮਿਲੇ ਜਿਹੜੇ ਨੰਗੇ ਪੈਰੀਂ ਪੜ੍ਹਨ ਆਏ ਸੀ। ਅਤੇ ਦੀ ਫਸਟ ਡੇ ਜਦੋਂ ਸਾਰਾ ਇਹ ਗਏ, ਉਹਨਾਂ ਨੇ ਮੈਨੂੰ ਦਿਖਾਇਆ ਮੋਟੀਵੇਟ ਕਰਨ ਲਈ, ਜਾਂ ਇੱਕ ਪ੍ਰੋਜੈਕਟ ਟਾਈਪ ਉਹਨਾਂ ਦੇ ਦਿਮਾਗ 'ਚ ਜੋ ਸੀਗਾ ਉਹ ਦੇਣਾ ਸੀ ਉਹਨਾਂ ਨੇ। ਅਤੇ ਉਹ ਅਸੀਂ 20,000 ਰੁਪਏ ਦੇ ਸ਼ੂਜ਼ ਖਰੀਦੇ। ਅੱਛਾ। ਕਾਪੀਜ਼ ਖਰੀਦੀਆਂ, ਪੈਨ ਪੈਨਸਲਾਂ ਖਰੀਦੀਆਂ, ਅਤੇ ਉਹਨਾਂ ਗਰੀਬ ਬੱਚਿਆਂ ਨੂੰ ਗੌਰਮੈਂਟ ਸਕੂਲਾਂ ਦੇ ਵਿੱਚ ਜਿੱਥੋਂ ਅਸੀਂ ਪੜ੍ਹ ਕੇ ਆਏ ਸੀ ਉਹਨਾਂ ਸਕੂਲਾਂ 'ਚ ਅਸੀਂ ਉਹਨਾਂ ਨੂੰ ਵੰਡੀਆਂ। ਫਿਰ ਮੈਨੂੰ ਦਿਖਣ ਲੱਗਿਆ ਥੋੜ੍ਹਾ ਕਿ ਕਈ ਰਾਮਦਿਆਲ ਇੱਥੇ ਹਾਲੇ ਵੀ ਬੈਠੇ ਨੇ। ਮੈਂ ਉਹਨਾਂ ਨੂੰ ਫਿਰ UN ਦੇ ਉਹ ਕੌਨਸੈਪਟ ਨਾਲ, ਆਪਣੀ ਜੋਬ ਦੀ ਐਜੂਕੇਸ਼ਨ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੱਤਾ। ਅਤੇ ਮੈਨੂੰ ਐਂ ਲੱਗਿਆ ਕਿ ਇਹ ਵੀ ਉਹੀ ਰਾਮਦਿਆਲ ਨੇ ਜਿਹੜੇ UN ਜਾਣ ਵਾਲੇ ਨੇ ਜੀ। ਇਹ ਵੀ ਉਹੀ ਮੋਹਨ ਲਾਲ ਨੇ, ਉਹਨਾਂ ਦਾ ਨਾਮ ਵੱਡੇ ਬ੍ਰਦਰ ਦਾ ਮੋਹਨ ਲਾਲ ਹੈ, ਜਿਹੜੇ UN ਤੋਂ ਵੀ ਵੱਡੀਆਂ ਆਰਗੇਨਾਈਜੇਸ਼ਨ ਦੇ ਵਿੱਚ ਪਾਰਟੀਸਪੇਟ ਕਰਨ ਵਾਲੇ ਨੇ ਜੀ। ਅਤੇ ਦੈਟ ਮੋਮੈਂਟ ਜਸਟ give me a move, give me the strength। ਉਸ ਆਈਡੀਆ ਨੇ ਮੈਨੂੰ ਬਾਹਰ ਕੱਢਿਆ ਇਸ ਜੀ। ਸਰ ਕਹਿੰਦੇ ਨੇ ਕਿ ਚੜ੍ਹਦੇ ਸੂਰਜ ਨੂੰ ਹਮੇਸ਼ਾ ਸਲਾਮ ਹੁੰਦੀ ਹੈ। ਇੱਕ ਇਨਸਾਨ ਜਦੋਂ ਵਿਦੇਸ਼ ਦੀ ਧਰਤੀ 'ਤੇ ਪੈਰ ਰੱਖਦਾ ਹੈ ਤਾਂ ਬਹੁਤ ਸਾਰੇ ਜਿਹੜੇ ਅਣਜਾਣ ਸ਼ਖਸ ਆ ਉਹ ਵੀ ਤੁਹਾਨੂੰ ਆਪਣੇ ਰਿਸ਼ਤੇਦਾਰ ਬਣਾਉਣਾ ਸ਼ੁਰੂ ਕਰ ਦਿੰਦੇ ਨੇ, ਅਤੇ ਯੂਨਾਈਟਿਡ ਨੇਸ਼ਨਸ ਤੱਕ ਆਪਣੇ ਬਲਬੂਤੇ ਦੇ ਉੱਤੇ ਪਹੁੰਚ ਜਾਣਾ ਯਾਨੀ ਕਿ ਇੱਕ ਸਫਲ ਇਨਸਾਨ ਦੀ ਕਹਾਣੀ ਹੁੰਦੀ ਹੈ। ਬਹੁਤ ਸਾਰੇ ਲੋਕ ਤੁਹਾਡੇ ਨਾਲ ਉਸ ਟਾਈਮ 'ਤੇ ਜੁੜ ਗਏ ਹੋਣਗੇ। ਜਦੋਂ ਇਹ ਹਾਦਸਾ ਹੋਇਆ, ਜਦੋਂ ਤੁਸੀਂ ਆਪਣੇ ਬੈੱਡ ਦੇ ਉੱਤੇ ਲੰਮੇ ਪੈ ਗਏ, ਕੀ ਬਹੁਤ ਸਾਰੇ ਲੋਕਾਂ ਦੇ ਚਿਹਰਿਆਂ ਤੋਂ ਨਕਾਬ ਉਤਰੇ? ਰੀਅਲੀ
ਇਹ ਸਮਾਜ ਦੀਆਂ ਆਪਣੀਆਂ ਕਮਜ਼ੋਰੀਆਂ ਨੇ। ਸਾਡਾ ਸਮਾਜ ਡਿਫਰੈਂਟ ਵੇ ਨਾਲ ਸਾਡਾ, ਮੈਂ ਕਿਉਂਕਿ ਪੁਲਿਸ 'ਚ ਲਾਅ ਇੱਕ ਡਿਫਰੈਂਟ ਫਿਨੋਮੀਨਾ ਆ, ਬਟ ਟ੍ਰੈਂਡ ਇੱਕ ਡਿਫਰੈਂਟ ਫਿਨੋਮੀਨਾ ਜਿਹਨੂੰ ਫੋਲੋ ਕਰਦੇ ਨੇ ਲੋਕ। ਟ੍ਰੈਂਡ ਦਾ ਕਈ ਵਾਰੀ ਲਾਅ ਨਾਲ ਕੋਈ ਕੰਸਰਨ ਵੀ ਨਹੀਂ ਹੁੰਦਾ, ਲਾਅ ਦੇ ਵਿੱਚ ਉਹ ਵਾਇਓਲੇਸ਼ਨ ਵੀ ਹੁੰਦੀ ਆ ਜਿਸ ਟ੍ਰੈਂਡ 'ਤੇ ਉਹ ਚੱਲ ਰਿਹਾ ਹੁੰਦਾ। ਇੱਦਾਂ ਹੋਇਆ ਮੇਰੇ ਨਾਲ ਬਹੁਤ, ਮਤਲਬ ਕਹਿ ਲਓ ਕਿ ਖਬਰ ਲੈਣ ਆਏ ਲੋਕ ਵੀ ਇਹ ਬੋਲਦੇ ਰਹੇ ਕਿ ਤੂੰ ਹੁਣ ਕੁਛ ਨਹੀਂ ਕਰ ਸਕਦਾ, ਤੂੰ ਹੁਣ ਨਿਕੰਮਾ ਹੋ ਗਿਆ, ਤੇਰਾ ਰੱਬ ਨੇ ਕੋਈ ਪੁਰਾਣੇ ਜਨਮਾਂ ਦਾ ਕੋਈ ਗਲਤ ਕੰਮ ਕੀਤਾ ਹੋਇਆ ਸੀ। ਐਵੇਂ ਦੀਆਂ ਗੱਲਾਂ ਸੁਣ ਕੇ ਇੱਕ ਡਿਸੇਬਲ ਬੰਦੇ ਨੂੰ ਜਾਂ ਇੱਕ ਆਲਰੇਡੀ ਪ੍ਰੋਬਲਮ 'ਚ ਬੰਦੇ ਨੂੰ ਨਾ ਬੜਾ ਭੈੜਾ ਲੱਗਦਾ ਹੈ। ਬਿਲਕੁਲ, ਬਹੁਤ, ਮਤਲਬ ਬੇਸ਼ੱਕ ਉਹ ਮਤਲਬ ਯੂਨੀਵਰਸ ਦੇ ਵਿੱਚ ਹੈਗਾ ਕਿ ਨਹੀਂ ਹੈਗਾ ਪੁਰਾਣੇ ਜਨਮਾਂ ਦਾ, ਅਗਲੇ ਜਨਮਾਂ ਦਾ ਕੋਈ ਖੇਲ, ਮੈਨੂੰ ਆਈ ਡੋਂਟ ਨੋ, ਈਵਨ ਮੈਂ ਜਾਣਦਾ ਤਾਂ ਹੈ ਨਹੀਂ ਨਾ। ਬਟ ਜਿਹੜੇ ਬੰਦੇ ਨੂੰ ਸਮਾਜ ਮਿਲਣ ਆਇਆ ਜਾਂ ਕਹਿ ਲਓ ਕਿ ਉਹ ਮਤਲਬ ਫਰਸਟ੍ਰੇਸ਼ਨ 'ਚ ਹੋਰ ਭੇਜਣ ਵਾਲੀਆਂ ਗੱਲਾਂ ਬਹੁਤ ਸੁਣਦੇ ਆ, ਔਰ ਦਇਆ ਦੀ ਦ੍ਰਿਸ਼ਟੀ ਨਾਲ ਉਹ ਦੇਖਦੇ ਆ। ਅੱਜ ਵੀ ਮੇਰੇ ਨਾਲ ਹੁੰਦਾ, ਮੇਰਾ ਖਿਆਲ ਹਰ ਡਿਸੇਬਲ ਨਾਲ, ਹਰ ਜਿਹੜਾ ਬੰਦਾ ਹੈਗਾ ਪ੍ਰੋਬਲਮ 'ਚ ਉਹਨਾਂ ਹੁੰਦਾ ਹੋਏਗਾ, ਬਟ ਮੇਰੇ ਨਾਲ ਤਾਂ ਹੁੰਦਾ ਹੈ ਕਿ ਲੋਕ ਦਇਆ ਦੀ ਦ੍ਰਿਸ਼ਟੀ ਨਾਲ ਤੁਹਾਨੂੰ ਦੇਖਦੇ ਨੇ। ਔਰ lawfully here in Asia disabled people have no privilege, no social rights। ਮੈਂ MA ਮਾਸ ਕੌਮ ਦੀ ਕੀਤੀ, ਉਸ ਤੋਂ ਬਾਅਦ ਮੈਂ ਨਾ ਇਹਨੂੰ ਕਰੋਬੋਰੇਟ ਕਰਨ ਲਈ, ਕਿਉਂਕਿ ਮੇਰਾ ਟੌਪਿਕ ਸੀਗਾ ਕੰਸਟਰਕਸ਼ਨ ਆਫ ਨਿਊਜ਼ ਵਿਦ ਜੈਲੋ ਜਰਨਲਿਜ਼ਮ, ਅਤੇ ਉਸ 'ਤੇ ਕੰਮ ਕਰ ਰਿਹਾ ਸੀ। ਤਾਂ ਮੈਨੂੰ ਮੇਰੇ ਗਾਈਡ ਨੇ ਕਿਹਾ ਕਿ ਤੁਸੀਂ ਹਿਊਮਨ ਰਾਈਟਸ ਵੀ ਪੜ੍ਹੋ, ਅਤੇ ਹਿਊਮਨ ਰਾਈਟਸ ਮੈਂ ਪੜ੍ਹਦਾ ਜਦੋਂ, ਅਤੇ ਉਹਦੇ ਵਿੱਚ ਇੱਕ ਆਉਂਦਾ ਤੁਹਾਡੇ ਸੋਸ਼ਲ ਰਾਈਟਸ ਜਾਂ ਗਰੁੱਪ ਰਾਈਟਸ ਕਹਿੰਦੇ ਨੇ ਉਹਨੂੰ। ਸਮਾਜ ਕਦੇ ਕਿਸੇ ਨੂੰ ਗਰੁੱਪ ਨੇ ਰਾਈਟ ਅੱਜ ਤੱਕ ਦਿੱਤੇ ਹੀ ਨਹੀਂ। ਗਰੁੱਪ ਨੂੰ ਤੁਸੀਂ ਕਿਵੇਂ ਕਲੇਮ ਕਰ ਲਓਗੇ? ਗਰੁੱਪ ਤੋਂ ਤੁਸੀਂ ਕਿਵੇਂ ਰਾਈਟ ਆਪਣੇ ਕਲੇਮ ਕਰੋਗੇ? ਦੈਟ ਵਾਜ਼ ਦੈਟ ਕੁਐਸਚਨ ਯੂ ਆਰ ਆਸਕਿੰਗ ਫॉर, ਕਿ ਸਮਾਜ ਦੇ ਆਪਣੇ ਇੱਕ ਟ੍ਰੈਂਡਸ ਬਣੇ ਹੋਏ ਨੇ। ਉਹ ਅਪਾਹਜ ਬੰਦੇ ਦੀ ਇੱਜ਼ਤ ਨਹੀਂ ਕਰਦਾ, ਉਹਨੂੰ ਮਿੰਦ ਕੇ ਲੰਘ ਜਾਂਦਾ ਹੈ, ਜਾਂ ਇਹ ਕਹਿ ਲਓ ਵੀਕਰ ਸੈਕਸ਼ਨ ਵੀ ਇਸ ਚੀਜ਼ ਦਾ ਪੜਤਾੜਤ ਹੈ। ਇੱਦਾਂ ਹੁੰਦਾ ਹੈ ਸਮਾਜ ਦੇ ਵਿੱਚ, ਪੈਸੇ ਵਾਲੇ ਦੀ ਕਦਰ ਹੁੰਦੀ ਹੈ। ਅੱਜ ਮੈਂ ਜੋਬ ਕਰਦਾ, ਕੱਲ੍ਹ ਮੈਂ ਰਿਟਾਇਰ ਹੋ ਜਾਵਾਂਗਾ। ਰਿਟਾਇਰ ਅਕਸਰ ਹੀ ਇੱਕ ਇੱਦਾਂ ਦਾ ਰਿਟਾਇਰਮੈਂਟ ਇੱਕ ਇੱਦਾਂ ਦਾ ਫਿਨੋਮੀਨਾ ਹੈ ਕਿ ਲੋਕ ਤੁਹਾਨੂੰ ਡੀਗ੍ਰੇਡ ਕਰ ਦੇਣਗੇ ਕਿ ਇਹ ਤਾਂ ਹੁਣ ਰਿਟਾਇਰ ਹੋ ਗਿਆ ਬੰਦਾ, ਇਹ ਤਾਂ ਹੁਣ ਵਿਹਲਾ ਹੋ ਗਿਆ, ਹੁਣ ਤਾਂ ਇਹ ਕੰਮ ਦਾ ਹੀ ਨਹੀਂ ਰਿਹਾ। ਸੋ ਇੱਦਾਂ ਦੇ ਇਹਨਾਂ ਦੇ ਫਿਨੋਮੀਨੇ ਆਲਰੇਡੀ ਐਗਜ਼ਿਸਟ ਕਰਦੇ ਆ ਸਾਡੇ ਸਮਾਜ 'ਚ, ਤੇ ਜਿਹੜੇ ਤੁਹਾਨੂੰ ਇੱਕ ਹੋਰ ਫਰਸਟ੍ਰੇਸ਼ਨ 'ਚ ਲੈ ਜਾਂਦੇ ਆ। ਲੋਕਾਂ ਦਾ ਛੱਡ ਜਾਣਾ, ਮਿਲ ਜਾਣਾ। ਮੈਨੂੰ ਡਿਸੇਬਲ ਹੋਏ ਨੂੰ ਵੀ ਅੱਜ 22 ਸਾਲ ਹੋ ਗਏ, ਮਈ ਆਉਣ ਵਾਲਾ ਮੇਰਾ ਐਕਸੀਡੈਂਟ ਡੇ ਆਉਣ ਵਾਲਾ, ਅਤੇ ਇਹ ਚੀਜ਼ਾਂ ਸਾਰੀਆਂ ਸਮਝ ਆਉਣ ਲੱਗ ਜਾਂਦੀਆਂ ਹੌਲੀ ਹੌਲੀ। ਮੈਂ ਪਹਿਲਾਂ ਵੀ ਤੁਹਾਨੂੰ ਜਿਵੇਂ ਦੱਸਿਆ ਸੀ ਕਿ ਵਕਤ ਇੱਕ ਬਹੁਤ ਵੱਡਾ ਗਾਈਡ ਹੈ ਤੁਹਾਡਾ, ਬਹੁਤ ਵੱਡਾ ਤੁਹਾਡਾ ਮੋਟੀਵੇਟਰ ਵੀ ਹੈ, ਔਰ ਇਹ ਤੁਹਾਨੂੰ ਦੱਸਦਾ ਰਹਿੰਦਾ ਹੈ ਕਿ ਕਿਵੇਂ ਹੁਣ ਇਹ ਬੰਦਾ ਕੀ ਬੋਲੇਗਾ, ਕੀ ਉਹਨੂੰ ਕਿਵੇਂ ਲੈਣਾ ਹੈ। ਤੋ ਸੋ ਇੱਦਾਂ ਕਰਦੇ ਆ ਲੋਕ, ਛੱਡ ਜਾਂਦੇ ਆ ਲੋਕ ਮੁਸੀਬਤਾਂ 'ਚ, ਪਰ ਉਹਨੂੰ ਵੀ ਪਾਵਰ ਬਣਾਉਣਾ ਚਾਹੀਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਨੇ ਛੱਡ ਜਾਣਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਬੋਡੀ ਦੇ ਨਾਲ ਵੀ ਮੇਰਾ ਕੋਈ ਜ਼ਿਆਦਾ ਰਿਸ਼ਤਾ ਨਹੀਂ ਹੈਗਾ। ਯੂਨੀਵਰਸ ਦੇ ਲਾਗੇ ਜਿਵੇਂ ਜਿਵੇਂ ਤੁਸੀਂ ਜਾਈ ਜਾਓਗੇ, ਤੁਹਾਨੂੰ ਇਹ ਅਕਲ ਆਈ ਜਾਊਗੀ, ਤੁਹਾਨੂੰ ਇਹ ਸੁੱਧ ਮਿਲੀ ਜਾਊਗੀ, ਤੁਹਾਨੂੰ ਗਿਆਨ ਕਹਿੰਦੇ ਆ ਉਹਨੂੰ, ਗਿਆਨ ਇੱਕ ਵੱਡਾ ਜਿਹਾ ਅਕਸ਼ਰ ਲੱਗਦਾ ਮੈਨੂੰ, ਪਰ ਇਹ ਨੋਰਮਲ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਕਿ ਜਿਹਨੂੰ ਮੈਂ ਰੋਜ਼ ਨਿਖਾਰਦਾ, ਰੋਜ਼ ਵਾਸ਼ ਕਰਦਾ ਬੋਡੀ ਨੂੰ, ਜਿਹਨੂੰ ਮੈਂ ਇੰਨਾ ਸ਼ੀਸ਼ੇ 'ਚ ਦੇਖਦਾ, ਇਹ ਵੀ ਮੇਰਾ ਪਾਰਟ ਨਹੀਂ ਹੈਗਾ। ਇਹ ਵੀ ਮੈਂ ਲੋਕਾਂ ਦੀ, ਆਪਣੇ ਪੇਰੈਂਟਸ ਦੀ, ਆਪਣੇ ਰਿਲੇਟਿਵਸ ਦੀ ਜਲਾ ਦਿੰਦਾ, ਅਤੇ ਇਹ ਵੀ ਮੇਰੀ ਨਹੀਂ ਹੈਗੀ। ਸੋ ਉਸ ਪੁਆਇੰਟ ਆਫ ਜਦੋਂ ਮੈਂ ਜਾਂਦਾ, ਅਤੇ ਕਿ ਮੈਂ 2004 'ਚ ਇਸ ਕੰਮ ਦਾ ਨਾਂ, ਜਿਹੜਾ ਮੇਰਾ ਬ੍ਰਦਰ ਨੇ ਦੱਸਿਆ ਸੀ, ਬਹੁਤ ਵਧ ਗਿਆ, ਅਤੇ ਮੈਂ ਇਹਦਾ ਨਾਂ ਨਾ ਅਵੇਅਰਨੈਸ ਮਿਸ਼ਨ ਰੱਖਿਆ। ਅਤੇ ਅਵੇਅਰਨੈਸ ਮਿਸ਼ਨ ਮੈਂ ਇੱਦਾਂ ਨਹੀਂ ਲੱਗਦਾ ਕਿ ਮੈਂ ਲੋਕਾਂ ਨੂੰ ਅਵੇਅਰ ਕਰ ਰਿਹਾ, ਮੈਨੂੰ ਐਂ ਲੱਗਦਾ ਕਿ ਮੈਂ ਆਪਣੇ ਆਪ ਨੂੰ ਅਵੇਅਰ ਕਰ ਰਿਹਾ। ਮੈਂ ਅੰਦਰ ਜਾਂਦਾ ਆਪਣੇ, ਅਤੇ ਲੋਕਾਂ ਦਾ ਛੱਡ ਜਾਣਾ, ਜਿਹੜਾ ਤੁਹਾਡਾ ਕੁਐਸਚਨ ਹੈ ਮੇਨ, ਕਿ ਛੱਡ ਜਾਣਾ, ਲੋਕਾਂ ਦਾ ਮੁਸੀਬਤ 'ਚ ਬਦਲ ਜਾਣਾ, ਲੋਕਾਂ ਦਾ ਧੋਖਾ ਦੇ ਜਾਣਾ,
ਇਹ ਛੋਟੀਆਂ ਗੱਲਾਂ ਨੇ ਜਦੋਂ ਤੁਸੀਂ ਪੂਰੇ ਆਪਣੇ ਆਪ ਦੀ ਅਵੇਅਰਨੈਸ 'ਚ ਚਲੇ ਜਾਂਦੇ ਹੋ ਜਾਂ ਜਾਣ ਲੱਗਦੇ ਹੀ ਹੋ, ਤੁਹਾਡੇ ਪਰਦੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਨੇ। ਮੈਂ ਇਹ ਭੁਗਤ ਗਿਆਨ 'ਚੋਂ ਤੁਹਾਨੂੰ ਦੱਸ ਰਿਹਾ, ਆਪਣੇ ਜੋ ਮੈਂ ਫੇਸ ਕੀਤਾ ਉਹਦੇ 'ਚੋਂ ਦੱਸ ਰਿਹਾ ਕਿ ਸਮਾਜ ਇੱਦਾਂ ਦਾ ਹੀ ਆ, ਇਹਦੇ ਨੋਰਮਸ ਇੱਦਾਂ ਦੇ ਹੀ ਆ, ਯੂ ਕਾਂਟ ਚੇਂਜ ਦੈਟ, ਯੂ ਕਾਂਟ ਕਲੇਮ ਈਵਨ। ਸੋ ਉਸ ਤੋਂ ਫਰਸਟ੍ਰੇਟ ਹੋ ਜਾਣਾ ਹੋਇਆ ਮੈਂ ਵੀ ਸੀ, ਬਟ ਉਸ ਦੇ ਵਿੱਚੋਂ ਨਿਕਲ ਜਾਣਾ ਇਹ ਤੁਹਾਡੀ ਸੈਲਫ ਅਵੇਅਰਨੈਸ ਦਾ ਮਸਲਾ ਹੈ। ਇੱਦਾਂ ਹੀ ਜੀਣਾ ਚਾਹੀਦਾ, ਦੁਨੀਆ ਇੱਦਾਂ ਹੀ ਜੀਂਦੀ ਆ ਜੀ। ਸਰ ਪੁੱਛਣਾ ਚਾਹਾਂਗੀ, ਸੌਰੀ ਰੋਕ ਰਹੀ ਹਾਂ, ਪਰ ਸਵਾਲ ਮੇਰਾ ਜਿਹੜਾ ਹੈ ਨਾ ਉਹ ਬੇਕਾਬੂ ਹੋ ਰਿਹਾ ਹੈ। ਤੁਸੀਂ ਕਿਹਾ ਲੋਕਾਂ ਦਾ ਛੱਡ ਜਾਣਾ ਵੀ ਇਹ ਸੱਚਾਈ ਹੈ, ਪਰ ਸੰਭਾਲ ਪਾਣਾ ਆਪਣੇ ਆਪ ਨੂੰ ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਜੇ ਆਪਾਂ ਆਪਣੇ ਰੋਜ਼ਮर्रा ਦੇ ਰਿਸ਼ਤਿਆਂ ਦੀ ਗੱਲ ਕਰੀਏ, ਕੋਈ ਸਾਨੂੰ ਝੂਠ ਬੋਲਦਾ ਹੈ, ਕੋਈ ਸਾਡੇ ਨਾਲ ਧੋਖਾ ਕਰਦਾ ਹੈ, ਕੋਈ ਵਾਅਦੇ ਤੋੜ ਦਿੰਦਾ ਹੈ, ਤਾਂ ਆਪਾਂ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ। ਬਹੁਤ ਸਾਰੇ ਨੌਜਵਾਨ ਸੁਸਾਈਡ ਕਰ ਲੈਂਦੇ ਆ ਕਿ ਉਹਨਾਂ ਦੇ ਆਪਣੇ ਜਿਹੜੇ ਆ ਕਿਤੇ ਧੋਖਾ ਮਿਲ ਗਿਆ ਰਿਸ਼ਤੇ ਦੇ ਵਿੱਚ। ਤੇ ਤੁਸੀਂ ਕਿ ਸੈਲਫ ਅਵੇਅਰਨੈਸ ਦੇ ਨਾਲ ਬੰਦਾ ਇਸ ਸਟੇਜ 'ਚੋਂ ਬਾਹਰ ਨਿਕਲ ਸਕਦਾ ਹੈ। ਤੁਸੀਂ ਆਪਣੀਆਂ ਲੱਤਾਂ ਗਵਾ ਬੈਠੇ, ਤੁਸੀਂ ਰਿਸ਼ਤੇ ਗਵਾ ਬੈਠੇ, ਬਹੁਤ ਸਾਰੇ ਰਿਸ਼ਤੇ, ਪਰ ਅਜਿਹੀ ਸਥਿਤੀ ਵਿੱਚ ਸੈਲਫ ਅਵੇਅਰਨੈਸ ਆਵੇ ਕਿਵੇਂ? ਕਿਉਂਕਿ ਇਨਸਾਨ ਬਹੁਤ ਟੁੱਟ ਚੁੱਕਾ ਹੁੰਦਾ ਹੈ। ਫਿਰ ਉਹ ਕਿਹੜੀ ਇੱਕ ਇੱਦਾਂ ਦੀ ਪਾਵਰ ਹੁੰਦੀ ਹੈ ਜੋ ਤੁਹਾਨੂੰ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਜੇ ਇੱਦਾਂ ਦੀ ਸਟੇਜ ਆਵੇ ਬੰਦਾ ਰੋਂਦਾ ਹੀ ਰਹਿੰਦਾ, ਫਿਰ ਉਹਨੂੰ ਕੁਛ ਨਹੀਂ ਚੰਗਾ ਲੱਗਦਾ, ਨਾ ਪੜ੍ਹਨਾ ਚੰਗਾ ਲੱਗਦਾ, ਨਾ ਖਾਣਾ ਚੰਗਾ ਲੱਗਦਾ। ਫਿਰ ਕਿਵੇਂ ਉਹ ਅਵੇਅਰਨੈਸ ਕਿਵੇਂ ਆਵੇ? ਉਹ ਕੀ ਇੱਕ ਨੁਕਤਾ ਹੈ ਕਿ ਜੇਕਰ ਕੋਈ ਸਾਨੂੰ ਜੋ ਵੀ ਸੁਣ ਰਿਹਾ ਕਿ ਜੇ ਸਟੇਜ ਤੋਂ ਨਿਕਲ ਰਹੇ ਆ ਉਹ ਵੀ ਸਮਝਣ ਕਿ ਕਿਵੇਂ ਨਿਕਲਣਾ ਹੈ? ਨੁਕਤਾ ਬੜਾ ਸਿੰਪਲ ਹੈ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਕਿ ਅੰਦਰ ਵੜਨਾ ਹੈ, ਆਪਣੇ ਅੰਦਰ ਵੜਨਾ ਹੈ ਜੀ, ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਹੈ ਜੀ। ਜੋ ਸੱਚ ਹੈ, ਜੋ ਨਾਨਕ ਬਾਬੇ ਹੁਣੀ ਉਹ ਜਾਂ ਉਹਨਾਂ ਦਾ ਗਰੁੱਪ ਬਹੁਤ ਵੱਡਾ ਹੈ, ਉਹਨਾਂ ਇਹਨੂੰ ਧਰਮ ਕਹਿੰਦੇ ਆ ਲੋਕ, ਇਹ ਧਰਮ ਨਹੀਂ ਹੈਗਾ ਜਿਹਨੂੰ ਅਸੀਂ ਧਰਮ ਕਹਿੰਦੇ ਆ, ਮੈਂ ਉਹਨੂੰ ਧਰਮ ਨਹੀਂ ਕਹਿੰਦਾ ਜੀ। ਇਹ ਗਰੁੱਪ ਆ ਸਿੱਖੀਜ਼ਮ ਦਾ, ਮੁਹੰਮਡਨਿਜ਼ਮ ਦਾ, ਹਿੰਦੂਇਜ਼ਮ ਦਾ ਜੀ, ਜੈਨਿਜ਼ਮ ਦਾ, ਬੁੱਧਿਜ਼ਮ ਦਾ, ਪਾਰਸੀਜ਼ਮ ਦਾ, ਇਹ ਗਰੁੱਪਸ ਨੇ, ਦੇ ਆਰ ਵਰਕਿੰਗ ਲਾਈਕ ਗੈਂਗਸ। ਬਟ ਇਹਨਾਂ ਦੇ ਅੰਦਰ ਜਾਣ ਲਈ ਤੁਹਾਨੂੰ ਇੱਕ ਕੰਮ ਕਰਨਾ ਪੈਣਾ ਹੈ ਕਿ ਜਿਹੜੇ ਉਹ ਲੋਕ ਨੇ ਸੱਚੇ, ਵਧੀਆ, ਸੋਹਣੇ ਬਾਬੇ, ਉਹਨਾਂ ਨੂੰ ਪੜ੍ਹਨਾ ਪੈਣਾ ਕਿ ਉਹ ਕਹਿਣਾ ਕੀ ਚਾਹੁੰਦੇ ਸੀ, ਪਰ ਇਹਨਾਂ ਦੀ ਜਵਾਨੀ ਨਹੀਂ ਸੁਣਨਾ। ਜੇ ਤੁਸੀਂ ਰੋਜ਼ ਸਤਸੰਗ ਸੁਣਦੇ ਹੋ ਨਾ, ਉਹ ਆਪਣੀ ਇੰਟਰਪ੍ਰੀਟੇਸ਼ਨ ਦਿੰਦੇ ਨੇ, ਬਿਲਕੁਲ ਆਪਣੀ ਇੰਟਰਪ੍ਰੀਟੇਸ਼ਨ ਨਹੀਂ ਉਹਨਾਂ ਦੀ ਸੁਣਦੀ, ਤੁਸੀਂ ਆਪਣੀ ਇੰਟਰਪ੍ਰੀਟੇਸ਼ਨ ਕਰਨੀ ਹੈ। ਤੁਹਾਡੇ ਸਾਹਮਣੇ ਡਿਕਸ਼ਨਰੀ ਹੈ, ਤੁਹਾਡੇ ਸਾਹਮਣੇ ਪੰਜਾਬੀ ਦੀ ਡਿਕਸ਼ਨਰੀ ਲੈ ਲਓ, ਹਿੰਦੀ ਦੀ ਲੈ ਲਓ, ਸੰਸਕ੍ਰਿਤ ਦੀ ਲੈ ਲਓ, ਇਹਨਾਂ ਨੂੰ ਪੜ੍ਹੋ। ਇਹ ਲੋਕ ਮਨ ਦੀਆਂ ਔਰ ਵਿਅਕਤੀ ਦੀਆਂ ਗੱਲਾਂ ਹੀ ਕਰਦੇ ਨੇ, ਹੋਰ ਕੁਝ ਨਹੀਂ ਕਰਦੇ ਜੀ। ਇਹ ਵਿਅਕਤੀ ਦੀਆਂ ਗੱਲਾਂ ਕਰਦੇ ਨੇ, ਐਗਜ਼ਿਸਟੈਂਸ ਦੀਆਂ ਗੱਲਾਂ ਕਰਦੇ ਨੇ। ਐਗਜ਼ਿਸਟੈਂਸ ਯੂਨੀਵਰਸ ਕੀ ਆ ਔਰ ਹਿਊਮਨ ਬੀਇੰਗ ਦੀ ਐਗਜ਼ਿਸਟੈਂਸ ਕੀ ਆ, ਮੈਂ ਉਹਦੇ ਵਿੱਚ ਹੀ ਜੋ ਜਿੱਥੇ ਤੱਕ ਗੱਲ ਪਹੁੰਚੀ ਉੱਥੇ ਤੱਕ ਮੈਂ ਤੁਹਾਨੂੰ ਦੱਸ ਰਿਹਾ ਕਿ ਅਵੇਅਰਨੈਸ, ਇਨਰ ਅਵੇਅਰਨੈਸ ਦੇ ਵਿੱਚ ਦੋ ਹੀ ਚੀਜ਼ਾਂ ਤੁਹਾਨੂੰ ਮਿਲੀਆਂ, ਬੋਡੀ ਐਂਡ ਮਾਈਂਡ। ਮਾਈਂਡ ਇਜ਼ ਦ ਮੋਸਟ ਪਾਵਰਫੁਲ ਥਿੰਗ ਯੂ ਹੈਵ, ਔਰ ਯੂ ਨੈਵਰ ਕਲੇਮ ਫॉर दैट, ਯੂ ਨੈਵਰ ਰਾਈਟ ਐਨੀ ਐਪਲੀਕੇਸ਼ਨ ਟੂ ਆਲਮਾਈਟੀ, ਯੂ ਨੈਵਰ ਪੇ ਫॉर दैट। ਜੇ ਤੁਹਾਨੂੰ ਮਿਲਿਆ ਤੇ ਫਿਰ ਹੁਣ ਮਿਲ ਗਿਆ, ਓਕੇ ਵੀ ਹੈਵ ਰਿਸੀਵਡ, ਨਾਓ ਵੀ ਆਰ executing through these two things, body and mind. ਮਾਈਂਡ ਦੇ ਵਿੱਚ ਜਾ ਕੇ ਜਦੋਂ ਤੁਸੀਂ ਦੇਖਦੇ ਹੋ ਕਿ ਪਾਵਰਫੁਲ ਤਾਂ ਮਾਈਂਡ ਹੀ ਹੈ, ਬੋਡੀ ਤਾਂ ਇੱਕ ਡਰਾਈਵਰ ਤਾਂ ਗੱਡੀ ਵਰਗੀ ਵੀ ਨਹੀਂ ਹੈ, ਉਹਨੂੰ ਤਾਂ ਜਿੱਥੇ ਚੱਲ ਲੈ ਜਾਂਦਾ ਉਹ ਚੱਲ ਜਾਂਦੀ ਹੈ, ਤੇ ਉੱਥੇ ਜਾ ਕੇ ਉਹਦੀਆਂ ਆਦਤਾਂ ਪੜ੍ਹਨ ਦੀ ਲੋੜ ਆ। ਉਹਨਾਂ ਨੇ ਲਿਖੀਆਂ ਵੀ ਹੋਈਆਂ ਜੀ, ਬਾਬਿਆਂ ਨੇ ਲਿਖੀਆਂ ਵੀ ਹੋਈਆਂ ਜੀ। ਤੁਸੀਂ ਉਹਨਾਂ ਨੂੰ ਮੱਥਾ ਟੇਕਣ ਦੀ ਬਜਾਏ ਉਹ ਪੜ੍ਹਨ ਲੱਗ ਜਾਓ ਬੁੱਧ ਦੀਆਂ ਗੱਲਾਂ ਨੂੰ, ਔਰ ਜ਼ਿਆਦਾ ਕਨਫਿਊਜ਼ ਹੋਣ ਦੀ ਲੋੜ ਨਹੀਂ, ਜ਼ਿਆਦਾ ਪੜ੍ਹਨ ਦੀ ਲੋੜ ਨਹੀਂ, ਵਿੱਚ ਬੇਸਿਕਸ ਵੀ ਪੜ੍ਹ ਲਓ। ਬੇਸਿਕਸ, ਆਈ ਐਮ ਗੋਇੰਗ ਥਰੂ ਬੇਸਿਕਸ ਓਨਲੀ। ਬੇਸਿਕਸ ਦੇ ਵਿੱਚ ਇਹ ਹੈਗਾ ਕਿ ਬੋਡੀ ਔਰ ਮਾਈਂਡ ਤੁਹਾਡਾ ਕੀ ਕਰਦੇ ਨੇ, ਔਰ ਇਹ ਇੰਸਪਾਇਰ ਕਿਵੇਂ ਹੁੰਦਾ ਹੈ, ਇਹਦੀਆਂ ਹੈਬਿਟਸ ਕੀ ਨੇ, ਇਹ ਤੁਹਾਨੂੰ ਕਿੱਦਾਂ ਰਵਾਉਂਦਾ ਹੈ, ਕਿੱਦਾਂ ਹਸਾਉਂਦਾ ਹੈ, ਕਿਹੜੀਆਂ ਚੀਜ਼ਾਂ ਤੋਂ ਹੱਸਦਾ ਹੈ ਜੀ, ਤੇ ਕਿਹੜੀਆਂ ਚੀਜ਼ਾਂ ਤੋਂ, ਕਿਉਂਕਿ ਮਾਟੀ ਕੋ ਪੂਤ ਲੋ ਕੈਸੇ ਨਾਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌੜਿਓ ਫਿਰਤ ਹੈ ਜੀ। ਮਾਇਆ ਗਈ ਤਬ ਰੋਣ ਲੱਗਦਾ, ਮਾਇਆ ਹੀ ਟਾਈਪ ਹੀ ਹੈ ਨਾ, ਇਹ ਤੁਹਾਡੇ ਰਿਲੇਸ਼ਨ ਚਲੇ ਗਏ, ਤੁਹਾਡਾ ਦੁਨੀਆ ਤੋਂ ਪਰੇ ਚਲੇ ਗਈ। ਪਰ ਉਹ ਜਿਹੜੇ ਬਾਬੇ ਲਿਖ ਕੇ ਗਏ ਨੇ, ਉਹਨਾਂ ਦੀ ਪੂਜਾ ਕਰਨ ਨਾਲ ਨਹੀਂ ਇਹ ਹੋਣਾ, ਉਹਨਾਂ ਨੂੰ ਮੱਥਾ ਟੇਕਣ ਨਾਲ ਵੀ ਨਹੀਂ ਹੋਣਾ, ਉਹਨਾਂ ਦੀਆਂ ਬੁੱਕਸ ਨੂੰ ਵਾਰ-ਵਾਰ ਲਪੇਟਣ ਕੇ ਬੰਨਣ ਨਾਲ ਵੀ ਨਹੀਂ ਹੋਣਾ। ਉਹ ਪੜ੍ਹਨ
ਤੇ ਉਹਦੇ ਅਰਥ ਰੋਜ਼ ਜਦੋਂ ਤੁਸੀਂ ਪੜ੍ਹਦੇ ਹੋ ਤੇ ਅਰਥ ਖੁੱਲ੍ਹਦੇ ਨੇ, ਆਪਣੇ ਆਪ 'ਚ ਹੀ ਖੁੱਲ੍ਹਦੇ ਨੇ, ਕਿਸੇ ਤੋਂ ਸਮਝਣ ਦੀ ਲੋੜ ਨਹੀਂ ਪੈਂਦੀ। ਹਾਂ ਪੈਂਦੀ ਹੈ ਤਾਂ ਤੁਸੀਂ ਡਿਕਸ਼ਨਰੀ ਯੂਜ਼ ਕਰ ਲਓ। ਵਰਡ ਦੀ ਗੱਲ ਕਰਦੇ ਹੋ ਨਾ, ਅਗਮ ਅਗੋਚਰ ਅਲਖਾ ਪਾਰਾ ਦੀ ਗੱਲ ਜਦੋਂ ਤੁਸੀਂ ਕਰਦੇ ਹੋ, ਬਾਬਾ ਜੀ ਕਰਦੇ ਆ, ਤੇ ਅਗਮ ਨੂੰ ਪੜ੍ਹਨਾ ਪਏਗਾ ਤੁਹਾਨੂੰ ਡਿਕਸ਼ਨਰੀ 'ਚ ਕੀ ਆ। ਲੋਕਾਂ ਤੋਂ ਸੁਣੋਗੇ ਤੁਹਾਨੂੰ ਮਿਸਗਾਈਡ ਕਰ ਸਕਦੇ ਆ, ਦੇ ਕੈਨ ਯੂਜ਼ ਯੂ, ਬਟ ਉਹਨੂੰ ਪੜ੍ਹੋਗੇ ਡਿਕਸ਼ਨਰੀ 'ਚ ਤਾਂ ਤੁਹਾਨੂੰ ਮਤਲਬ ਪਰਟੀਕੂਲਰ ਸਮਝ ਆ ਜਾਏਗਾ। ਅਗੋਚਰ ਲੋਕੀ ਤਾਂ 10-10 ਦਿਨ ਵੀ ਬੋਲ ਸਕਦੇ, ਬਟ ਤੁਸੀਂ ਉਹਦੀ ਡੈਪਥ 'ਚ ਜਾਣ ਲਈ ਖੁਦ ਹੀ ਖੋਲੂਗੇ, ਖੁਦ ਹੀ ਪੜ੍ਹੋਗੇ, ਖੁਦ ਹੀ ਉਹਨੂੰ, ਉਹ ਤੁਹਾਡਾ ਮਾਈਂਡ ਜਿਹੜਾ ਨਾ ਤੁਹਾਨੂੰ ਖੋਲ ਕੇ ਦੱਸ ਦੇਗਾ ਕਿ ਤੁਸੀਂ ਰੋਂਦੇ ਕਿਉਂ, ਤੁਸੀਂ ਕਿਸ ਚੀਜ਼ ਲਈ ਰੋ ਰਹੇ ਹੋ, ਤੁਸੀਂ ਫਰਸਟ੍ਰੇਸ਼ਨ 'ਚ ਗਏ ਕਿਉਂ, ਉਹ ਚੀਜ਼ ਜਿਹਦੇ ਲਈ ਤੁਸੀਂ ਜਿਹਦੇ ਲਈ ਲਿਓਰ ਹੋਏ ਪਏ ਹੋ, ਜਿਹਦੇ ਲਈ ਮਰੇ ਪਏ ਹੋ, ਜਿਹਦੇ ਲਈ ਤੁਸੀਂ ਤੜਫਦੇ ਪਏ ਹੋ ਇੱਥੇ ਬੈਠੇ ਉਹ ਤਾਂ ਹੈ ਹੀ ਨਹੀਂ। that is only maya, that is only shalava, that is only a temporary things, so you have to work on your mind ਜੀ, ਇਹੀ ਕੱਢੇਗਾ ਜੀ। you have to learn your mind, ਔਰ ਉਹਨੂੰ ਲਰਨ ਕਰਨ ਦੇ ਤਰੀਕੇ ਆਲਰੇਡੀ ਐਗਜ਼ਿਸਟ ਕਰ ਰਹੇ ਜੀ। ਇਹ ਵੀ ਇੱਕ ਸਾਇੰਸ ਹੈ। ਸਾਇੰਸ ਇਹ ਤਰੱਕੀ ਕਰਦੀ ਰਹਿੰਦੀ ਹੈ, ਪਰ ਇਹ ਸਾਇੰਸ 'ਤੇ ਕੰਮ ਕਰਦੇ ਲੋਕ ਬਹੁਤ ਘੱਟ ਨੇ, ਬਹੁਤ ਰੇਅਰੈਸਟ ਮਿਲਣਗੇ ਤੁਹਾਨੂੰ। ਨਾਨਕ ਏਸ਼ੀਆ 'ਚ ਮਿਲੇਗਾ ਜੀ, ਤੁਸੀਂ ਯੂਰਪ 'ਚ ਚਲ ਜਾਓਗੇ ਤੁਹਾਨੂੰ ਹੋਰ ਲੋਕ ਮਿਲਣਗੇ ਜੀ, ਤੁਸੀਂ ਅਰਬ 'ਚ ਚਲ ਜਾਓਗੇ ਤੁਹਾਨੂੰ ਹੋਰ ਲੋਕ ਮਿਲਣਗੇ, ਬਟ ਇਹ ਫਿਊ ਜੀ। ਉਹ ਕਿਹਾ ਜਾਂਦਾ ਨਾ ਕਿ ਚੰਗੇ ਲੋਕ ਬਹੁਤ ਘੱਟ ਹੁੰਦੇ ਆ, ਤੇ ਚੰਗੇ ਲੋਕਾਂ ਦੀ ਇਸ ਧਰਤੀ ਤੇ ਭੀੜ ਨਹੀਂ ਹੋਈ ਕਦੇ, ਪਰ ਸਾਡਾ ਸੈਟਅਪ ਡੈਮੋਕ੍ਰੈਟਿਕ ਸੈਟਅਪ 'ਚ ਭੀੜ ਤੰਤਰ ਚੱਲਦਾ ਹੈ। ਇੱਥੇ ਵੋਟਾਂ ਵੀ ਮਤਲਬ ਕਿ ਭੀੜ ਤੋਂ ਲੈ ਕੇ ਤੇ ਜ਼ਿਆਦਾ ਗਿਣਤੀ ਕਰਨੀ ਹੈ ਨਾ, ਬਟ ਇਹ ਜਿਹੜਾ ਧਰਮ ਆ ਜਿਹਨੂੰ ਰਿਲੀਜਨ ਕਹਿੰਦੇ ਆ ਅਸੀਂ, ਇਹ ਮਜ਼ਹਬ ਨੇ ਜੀ। ਅਸਲੀ ਧਰਮ ਤਾਂ ਕਾਇਨਾਤ ਦਾ ਹੈ। ਕਾਇਨਾਤ 'ਚ ਵੜਦੇ ਜਾਓ, ਕਾਇਨਾਤ ਨੂੰ ਦੇਖਦੇ ਜਾਓ, ਮਹਿਸੂਸ ਕਰਦੇ ਜਾਓ, ਇਹ ਪਾਵਰ ਸਿਰਫ ਹਿਊਮਨ ਬੀਇੰਗ ਕੋਲ ਹੈ, ਔਰ ਹਿਊਮਨ ਬੀਇੰਗ ਹੀ ਜ਼ਿਆਦਾ ਰੋਂਦਾ ਹੈ। ਜਦੋਂ ਚੱਲ ਜਾਵੇ, ਮੈਂ ਵੀ ਬਹੁਤ ਰੋਇਆ, ਮੈਂ ਵੀ ਬਹੁਤ ਮਰਨਾ ਚਾਹਿਆ, ਪਰ ਜਦੋਂ ਚੱਲ ਜਾਂਦੇ ਆ ਸਾਰਾ ਕੁਛ, ਇਹ ਸਾਡਾ ਲੱਗਦਾ ਕਿ ਮੇਰਾ ਚਲਾ ਗਿਆ। ਉਸ ਤੋਂ ਬਾਅਦ ਇੱਧਰ ਨੂੰ ਜੇ ਚੱਲ ਜਾਵੇ ਕੋਈ, ਆਪਣੇ ਮਨ ਨੂੰ ਕੋਈ ਇਨਰ ਸੈਂਸ ਨੂੰ, ਇਨਰ ਅਵੇਅਰਨੈਸ ਨੂੰ ਐਕਸਰਸਾਈਜ਼ ਕਰਨ ਲੱਗ ਜਾਏ, ਮਾਈਂਡ ਦੀਆਂ ਆਦਤਾਂ ਪੜ੍ਹਨ ਲੱਗ ਜਾਏ, ਤਾਂ ਹੋ ਜਾਂਦਾ ਹੈ, ਪਤਾ ਲੱਗ ਜਾਂਦਾ। ਇੰਨਾ ਕੁ ਸੋਹਣਾ ਯਕੀਨ ਆਉਂਦਾ ਜਾਂਦਾ ਹੌਲੀ ਹੌਲੀ, ਸਬਰ ਆਉਂਦਾ ਜਾਂਦਾ ਹੌਲੀ ਹੌਲੀ ਕਿ ਮੇਰਾ ਸੀਗਾ ਹੀ ਨਹੀਂ, ਬੋਡੀ ਨੂੰ ਮੈਂ ਜਲਾ ਦਿੰਦਾ ਲੋਕਾਂ ਦੀ ਨੂੰ, ਤੇ ਹਾਊ ਆਈ ਬਿਲੋਂਗ ਟੂ ਮਾਈ ਬੋਡੀ, ਹਾਂ ਵਾਈ ਆਈ ਐਮ ਵੀਪਿੰਗ ਫॉर दैट, ਵਾਈ ਆਈ ਐਮ ਕ੍ਰਾਈਂਗ ਫॉर ਮਾਈ ਮਦਰ, ਵਾਈ ਆਈ ਐਮ ਕ੍ਰਾਈਂਗ ਫॉर ਮਾਈ ਫਾਦਰ। ਉਹ ਤਾਂ ਮੇਰੀਆਂ ਜ਼ਰੂਰਤਾਂ ਸੀਗੀਆਂ ਨਾ ਜਿਹਨਾਂ ਲਈ ਮੈਂ ਰੋਂਦਾ। ਮੇਰੀ ਮਾਂ ਮੇਰੀ ਆਹ ਜ਼ਰੂਰਤਾਂ ਪੂਰੀਆਂ ਕਰਦੀਆਂ ਸੀ, ਮੈਂ ਬਹੁਤ ਰੋ ਰਿਹਾ। ਮੇਰਾ ਫਾਦਰ ਮੇਰੀਆਂ ਉਹ ਜ਼ਰੂਰਤਾਂ ਪੂਰੀਆਂ ਕਰ ਰਿਹਾ ਸੀ, ਮੈਂ ਬਹੁਤ ਜ਼ਿਆਦਾ ਤਾਹਾਂ ਮਾਰ ਕੇ ਰੋਂਦਾ ਹੈ। ਸੋ ਦਿਸ ਇਜ਼ ਦਾ ਬੇਸਿਕ ਫਿਨੋਮੀਨਾ ਕਿ ਕਾਇਨਾਤ ਇੱਦਾਂ ਦੀ ਇੱਕ ਐਗਜ਼ਿਸਟੈਂਸ ਖੜੀ ਆ ਤੁਹਾਡੇ ਆਲੇ ਦੁਆਲੇ, ਤੁਹਾਨੂੰ ਉਹ ਦੱਸ ਦੇਗੀ ਕਿ ਤੁਸੀਂ ਕਿਸ ਚੀਜ਼ ਦੇ ਮਾਲਕ ਹੋ, ਔਰ ਅੰਤ ਨੂੰ ਤੁਸੀਂ ਲੱਭੋਗੇ ਕਿ ਤੁਸੀਂ ਦੋਨੇ ਚੀਜ਼ਾਂ ਦੇ ਮਾਲਕ ਵੀ ਨਹੀਂ ਹੈਗੇ ਜੀ। ਨਾਈਦਰ ਯੂ ਆਰ ਓਨਰ ਆਫ ਯੂਰ ਬੋਡੀ ਨੋਰ ਯੂ ਆਰ ਓਨਰ ਆਫ ਯੂਰ ਮਾਈਂਡ ਜੀ। ਸੋ ਦਿਸ ਅਵੇਅਰਨੈਸ, ਦਿਸ ਵਰਕ ਡਿਲੂਟ ਮੀ, ਦਿਸ ਮਾਈ ਕੰਸਰਨ path following just dilute me, save me, and I am just laughing, I am enjoying with the kids, I am enjoying with other Ramdayals, I'm doing with other Ramdayals, I am finding Ramdayals and ਉੱਥੇ ਮੈਨੂੰ ਮਿਲ ਜਾਂਦੇ ਆ। ਹੁਣ ਮੈਂ ਰੀਸੈਂਟਲੀ ਭਗਤ ਸਿੰਘ ਦੇ ਪਿੰਡ, ਸ਼ਹੀਦ ਭਗਤ ਸਿੰਘ ਦੇ ਪਿੰਡ ਜਾ ਕੇ ਆਇਆ, ਉੱਥੇ 500 ਬੱਚੇ ਸੀ ਮੇਰੇ ਨਾਲ, ਉੱਥੇ ਬਹੁਤ ਸਾਰੇ ਰਾਮਦਿਆਲ ਗੱਲਾਂ ਕਰ ਰਹੇ ਸੀ, ਉਹਨਾਂ ਦੇ ਲੈਕਚਰ ਕਰਵਾਏ, ਉਹਨਾਂ ਨੂੰ ਸਮਾਜ ਬਾਰੇ, ਸਾਡੇ ਪਿੰਡਾਂ ਦੇ ਲੋਕ ਸੀਗੇ, ਪਿੰਡਾਂ ਦੇ ਜਵਾਕ ਸੀ +2 10th ਦੇ, ਉਹਨਾਂ ਨੂੰ ਦੇਖਿਆ, ਉਹਨਾਂ ਦੇ ਵਿੱਚ ਦੇਖਿਆ ਰਾਮਦਿਆਲ ਕਿਵੇਂ ਇੱਦਾਂ ਹੀ ਸੰਗਦਾ ਸੀ, ਉਹਨਾਂ ਦੀ ਸੰਗ ਲਾਉਣੀ ਚਾਹੀ, ਉਹਨਾਂ ਦੀ ਬੋਲਣਾ ਸਿਖਾਇਆ, ਉਹਨਾਂ ਨੂੰ ਟੌਪਿਕ ਦਿੱਤਾ, ਉਸ ਦੇ ਉੱਤੇ ਡੈਕਲਾਮੇਸ਼ਨ ਕੰਟੈਸਟ ਹੋਇਆ। ਬਟ ਐਨੀ ਹਾਊ ਆਈ am taking lengthy answer, but this is the basic thing. Read your mind. Mind is a most powerful asset. ਡਾਕਟਰ ਨੂੰ ਵੀ ਪੁੱਛ ਲਓ,
ਸਾਇੰਸਦਾਨਾਂ ਨੂੰ ਵੀ ਪੁੱਛ ਲਓ ਤੁਸੀਂ, ਗਿਆਨੀਆਂ ਨੂੰ ਵੀ ਪੁੱਛ ਲਓ, ਜਿਹਨੂੰ ਗਿਆਨ ਕਹਿੰਦੇ ਆ, ਕਿੱਥੇ ਹੁੰਦਾ ਬੋਡੀ 'ਚ, ਤੁਹਾਨੂੰ ਦੱਸ ਨਹੀਂ ਪਾਉਣਗੇ। ਕੋਈ ਕਹੇਗਾ ਇੱਥੇ ਹੁੰਦਾ, ਕੋਈ ਕਹੇਗਾ ਦਿਲ ਦੇ ਲਾਗੇ ਹੁੰਦਾ, ਕੋਈ ਕਹੇਗਾ ਧੁੰਨੀ ਦੇ ਲਾਗੇ ਹੁੰਦਾ ਹੈ। ਛੱਡੋ ਇਸ ਗੱਲ ਨੂੰ ਵੀ, ਇਸ ਤੋਂ ਅੱਗੇ ਚੱਲੋ ਵੀ ਕਿੱਥੇ ਵੀ ਹੋਵੇ ਪਰ ਕਰਦਾ ਕੀ ਆ ਉਹ ਜੀ। ਸੋ ਇਦਾਂ ਦੀਆਂ ਚੀਜ਼ਾਂ ਨੂੰ ਪੜ੍ਹਦੇ ਜਾਓ। ਇਹ ਸਿਰਫ ਔਰ ਸਿਰਫ ਤੁਹਾਨੂੰ ਕਾਇਨਾਤ ਦੇ ਖੇਤਰ 'ਚ, ਕਾਇਨਾਤ ਨੂੰ ਖੋਜਣ ਦੇ ਖੇਤਰ 'ਚ ਮਿਲੇਗਾ। ਜਿਹੜੀ ਨਾਨਕ ਹੋਣੀ, ਕਬੀਰ ਹੋਣੀ, ਫਰੀਦ ਹੋਣੀ, ਬੁੱਧ ਹੋਣੀ ਖੋਜੀ ਆ ਜੀ ਔਰ ਲਿਖੀ ਆ ਜੀ। ਉਹਨਾਂ ਨੇ ਕੋਈ ਹੋਰ ਇੱਦਾਂ ਨਹੀਂ ਲਿਖਿਆ, ਮੇਰਾ ਖਿਆਲ, ਮੇਰਾ ਆਪਣਾ ਹੀ ਖਿਆਲ ਹੈ, ਇੱਦਾਂ ਤਾਂ ਲਿਖਿਆ ਨਹੀਂ ਉਹਨਾਂ ਨੇ ਕਿ ਉਹ ਇੱਦਾਂ ਦੇ ਕੱਪੜੇ ਪਾਉਣੇ ਆ, ਮੈਨੂੰ ਮੰਨਣ ਵਾਲਿਆਂ ਨੇ ਇੱਦਾਂ ਦੀ ਖਾਣਾ ਖਾਣਾ ਹੈ। ਇਹ ਡਿਸਪਿਊਟਡ ਚੀਜ਼ਾਂ ਉਹਨਾਂ ਨੇ ਲਿਖੀਆਂ ਹੀ ਨਹੀਂ, ਨਾ ਹੀ ਉਹ ਚਾਹੁੰਦੇ ਸੀ। ਸੋ ਦਿਸ ਇਜ਼ ਦ ਬੇਸਿਕ ਫਾਰਮੂਲਾ ਟੂ ਸੇਵ ਯੂ, ਟੂ ਗੈਟ ਯੂ ਹੈਪੀ, ਕਿ ਮਾਈਂਡ 'ਤੇ ਕੰਮ ਕਰੋ ਜੀ। ਔਰ ਕੰਮ ਹੋਇਆ ਪਿਆ ਪਹਿਲਾਂ ਸਾਰੀ ਕਾਇਨਾਤ ਦੇ ਵਿੱਚ, ਉਹਨੂੰ ਪੜ੍ਹਨਾ ਅਤੇ ਗਾਉਣਾ ਜੀ, ਯਾਦ ਕਰ ਲਓ, ਕੰਠ ਕਰ ਲਓ ਜਿਹਨੂੰ ਕਹਿੰਦੇ ਆ, ਗਾ ਗਾ ਕੇ ਇੰਜੋਏ ਕਰੋ, ਉਹਦੇ ਅਰਥ ਤੁਹਾਨੂੰ ਖੁੱਲ੍ਹਦੇ ਜਾਣਗੇ। ਬਹੁਤ ਖੂਬ ਸਰ, ਤੁਹਾਡੀਆਂ ਗੱਲਾਂ ਤੋਂ ਇੱਕ ਗੱਲ ਹੋਰ ਮੈਨੂੰ ਸਮਝ ਆਈ ਹੈ। ਇਹ ਤਾਂ ਬਿਲਕੁਲ ਸਹੀ ਗੱਲ ਕਹੀ ਹੈ ਕਿ ਮਾਈਂਡ ਨੂੰ ਰੀਡ ਕਰੋ, ਕਾਇਨਾਤ ਨੂੰ ਪੜ੍ਹੋ, ਸੈਲਫ ਅਵੇਅਰਨੈਸ ਲੈ ਕੇ ਆਓ। ਮੇਰੇ ਖਿਆਲ ਨਾਲ ਇੱਕ ਹੋਰ ਚੀਜ਼ ਜੋ ਮੈਂ ਨੋਟਿਸ ਕਰ ਰਹੀ ਹਾਂ ਤੁਹਾਡੀਆਂ ਗੱਲਾਂ ਦੇ ਨਾਲ, ਕਿ ਜਦੋਂ ਆਪਾਂ ਦੂਸਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਰੰਗ ਭਰਨੇ ਸ਼ੁਰੂ ਕਰ ਦਿੰਦੇ ਹਾਂ, ਅਤੇ ਕਿਤੇ ਨਾ ਕਿਤੇ ਖੁਸ਼ੀ ਜਿਹੜੀ ਹੈ ਜਾਂ ਸੈਟਿਸਫੈਕਸ਼ਨ ਸਾਨੂੰ ਮਿਲਦੀ ਹੈ। ਜਿਵੇਂ ਕਿ ਤੁਸੀਂ ਕਹਿੰਦੇ ਕਿ ਤੁਸੀਂ ਬਹੁਤ ਸਾਰੇ ਜਿਹੜੇ ਰਾਮ ਦਿਆਲ ਜਿਹੜੇ ਆ ਉਹਨਾਂ ਨੂੰ ਸੁਣਦੇ ਹੋ, ਤੁਹਾਨੂੰ ਉੱਥੇ ਇਕੱਲੇ ਇਕੱਲੇ ਵਿੱਚ ਰਾਮ ਦਿਆਲ ਨਜ਼ਰ ਆਉਂਦਾ ਹੈ। ਤੁਹਾਨੂੰ ਲੱਗਦਾ ਹੈ ਕਿ ਜਦੋਂ ਮੈਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਖੁਸ਼ੀ ਦੇ ਰਿਹਾ ਹਾਂ, ਉਹ ਸਕੂਨ ਸ਼ਾਇਦ ਤੁਹਾਨੂੰ, ਜਿਹਨੂੰ ਆਪਾਂ ਕਹਿੰਦੇ ਹਾਂ ਨਾ ਕਿ ਵਾਈਬਸ ਵਾਪਸ ਆਉਂਦੀਆਂ ਨੇ, ਇੱਦਾਂ ਹੁੰਦਾ। ਯਾਨੀ ਕਿ ਆਪਾਂ ਕਿਸੇ ਦੂਸਰੇ ਨੂੰ ਖੁਸ਼ੀ ਦੇ ਕੇ ਖੁਸ਼ੀ ਤਲਾਸ਼ ਸਕਦੇ ਹਾਂ। ਮੈਂ ਇੱਕ ਸੈਕਿੰਡ 'ਚ ਵੀ ਇਸ ਗੱਲ ਨੂੰ ਨਿਬੇੜ ਸਕਦਾ ਜੀ। ਇਹ ਕਾਇਨਾਤ ਖੜੀ ਪਤਾ ਕਿਉਂ ਹੈ? ਇਹ ਕਾਇਨਾਤ ਮਰਦੀ ਪਤਾ ਕਿਉਂ ਨਹੀਂ? ਇਹ ਕਾਇਨਾਤ ਕਦੇ ਖਤਮ ਵੀ ਨਹੀਂ ਹੁੰਦੀ ਤੇ ਇਹ ਜੰਮਦੀ ਵੀ ਨਹੀਂ। ਪੂਰੀ ਦੀ ਪੂਰਾ ਜਿਹੜਾ ਸਾਡਾ, ਜਿਹਨੂੰ ਅਸੀਂ ਯੂਨੀਵਰਸ ਕਹਿੰਦੇ ਆ ਨਾ, ਇਹ ਕਾਇਨਾਤ ਇੱਕ ਚੀਜ਼ 'ਤੇ ਖੜੀ ਹੈ ਕਿ ਇਹ ਦੇਈ ਜਾ ਰਹੀ ਹੈ, ਦੇਈ ਜਾ ਰਹੀ ਹੈ, ਵੰਡੀ ਜਾ ਰਹੀ ਹੈ, ਵੰਡੀ ਜਾ ਰਹੀ ਹੈ, ਕਰੀ ਜਾ ਰਹੀ ਹੈ। ਤੁਸੀਂ ਹਵਾ ਨੂੰ ਗੰਦਾ ਕਰ ਰਹੇ ਹੋ ਨਾ, ਮੈਂ ਕਹਿੰਦਾ ਕਰ ਰਿਹਾ ਨਾ, ਸਵੇਰ ਤੋਂ ਸ਼ਾਮ ਤੱਕ ਮੇਰੀ ਬੋਡੀ ਦੇ ਜਿਹੜੇ ਆਊਟਕਮਿੰਗ ਇੰਨੇ ਨੇ ਜੋ ਮੈਨੂੰ ਸਾਰਾ ਦਿਨ ਧਰਤੀ ਨੂੰ ਵੀ ਗੰਦਾ ਕਰ ਰਿਹਾ, ਸਪਿਟ ਕਰ ਰਿਹਾ। ਸੋ ਉਹ ਫਿਰ ਉਹਨੂੰ ਸਾਫ਼ ਕਰ ਦਿੰਦੀ ਹੈ, ਉਹਨੂੰ ਮਿੱਟੀ ਬਣਾ ਦਿੰਦੀ ਹੈ। ਮਿੱਟੀ ਇੱਕ ਪਾਵਰ ਹੈ। ਹਵਾ, ਮੈਂ ਹੁਣੇ ਕਾਰਬਨ ਡਾਈਆਕਸਾਈਡ ਛੱਡ ਰਿਹਾ, ਉਹ ਫਿਰ ਆਕਸੀਜਨ ਮੇਰੇ ਨੱਕ ਦੇ ਅੱਗੇ ਆ ਜਾਂਦੀ ਹੈ, ਮੇਰੇ ਮੂੰਹ ਦੇ ਅੱਗੇ ਆ ਜਾਂਦੀ, ਅਤੇ ਮੈਂ ਉਹਨੂੰ ਇਨਹੇਲ ਕਰਦਾ। ਇਹ ਜਿਹੜਾ ਮੈਨੂੰ ਚਾਹੀਦਾ ਹੈਗਾ, ਲਾਈਟ ਚਾਹੀਦੀ ਹੈ, ਸੂਰਜ ਚੜ੍ਹ ਜਾਂਦਾ ਹੈ। ਮੇਰੀ ਸੌਣ ਲਈ, ਮੈਨੂੰ ਆਰਾਮ ਕਰਨ ਲਈ ਅੰਧੇਰਾ ਚਾਹੀਦਾ ਨਾ, ਦਿਵਸ ਰਾਤ ਦੋਏ ਦਾਈ ਦਾਇਆ, ਇਹ ਤੂੰ ਨਹੀਂ ਖਿਡਾਉਣ ਦੀ ਤਰ੍ਹਾਂ ਮੈਨੂੰ ਖਿਲਾ ਰਹੇ ਆ। ਸੋ ਇਹ ਦੇਣ 'ਤੇ ਖੜੀ ਹੈ। ਤਿਲ ਨਾ ਪੰਨੇ ਕਾਲੇ, ਮਤਲਬ ਇਹ ਤਿਲ ਜਿੰਨਾ ਵੀ ਚੀਜ਼ ਖਾਂਦੀ ਨਹੀਂ ਹੈ। ਦਿਸ ਦ ਬੇਸਿਕ ਫਾਰਮੂਲਾ ਯੂ ਹੈਵ ਆਲਰੇਡੀ ਸਪੋਕਨ, ਕਿ ਜੋ ਵੰਡੋਗੇ ਨਾ, ਉਹ ਤੁਸੀਂ ਵੰਡ ਨਹੀਂ ਰਹੇ, ਬੇਸਿਕਲੀ ਉਹ ਤੁਸੀਂ ਭਰ ਰਹੇ ਹੋ ਝੋਲੀ ਆਪਣੀ। ਕਿਉਂ? ਵੰਡ ਤਾਂ ਤੁਸੀਂ ਉਹੀ ਚੀਜ਼ ਸਕਦੇ ਹੋ ਜੋ ਤੁਹਾਡੇ ਕੋਲ ਆ ਜੀ, ਤੇ ਪਹਿਲਾਂ ਤਾਂ ਤੁਸੀਂ ਭਰੇ ਹੀ ਰਹੇ ਹੋ ਨਾ, ਤੇ ਥੋੜਾ ਥੋੜਾ ਫਿਰ ਤੁਸੀਂ ਕੰਜੂਸੀ ਕਰਕੇ ਵੰਡ ਵੀ ਦਿੰਦੇ ਹੋ, ਕਿਉਂਕਿ ਬੰਦਾ ਥੋੜਾ ਜਿਹਾ ਲਾਲਚੀ ਵੀ ਆ। ਮੈਂ ਵੀ ਲਾਲਚ ਕਰਦਾ। ਇਹ ਬੁਰਾਈਆਂ ਜਿਹੜੀਆਂ ਸ਼ਾਇਦ ਜਿਹਨਾਂ ਨੂੰ ਅਸੀਂ 5 ਦੋਸ਼ ਕਹਿੰਦੇ ਹਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਜਿਹੜੇ ਬੰਦੇ ਦੇ ਉੱਥੇ ਲਿਖੇ ਹੋਏ ਨੇ, ਦਵੈਸ਼ ਨੇ, ਇਹ 5 ਕਾਇਨਾਤ ਦੇ ਵਿੱਚ ਐਗਜ਼ਿਸਟ ਕਰਦੇ ਨੇ। ਦੈਟਸ ਵਾਈ ਜੇ ਇਸ ਮੋਹ ਨਾ ਹੋਵੇ ਬੰਦੇ 'ਚ, ਤਾਂ ਆਪਾਂ ਇੱਕ ਦੂਜੇ ਨੂੰ ਮਿਲੀਏ ਕਿਉਂ? ਮਾਂ ਆਪਣੇ ਬੱਚੇ ਨੂੰ ਪਾਲੇ ਕੀ ਕਿਉਂ? ਜਾਨਵਰ ਆਪਣੇ ਬੱਚਿਆਂ ਦੀ ਕੇਅਰ ਕਿਉਂ ਕਰਨਗੇ? ਇਹ ਕਾਇਨਾਤ ਦੇ ਪਾਰਟ ਨੇ। ਇਹ ਐਡੇ ਵੱਡੇ ਦਵੈਸ਼ ਨਹੀਂ ਹੈਗੇ ਕਿ ਇਹਨਾਂ ਤੋਂ ਦੂਰ ਭੱਜਣਾ। ਨੋ, ਬਸ ਨੌਲੇਜ ਇੱਕ ਪਤਾ ਹੋਣਾ ਚਾਹੀਦਾ ਹੈ ਕਿ ਇਹਦੇ ਪਿੱਛੇ ਲੱਗ ਜਾਵਾਂਗੇ ਤਾਂ ਜ਼ਿਆਦਾ ਰੋਣਾ ਪੈਣਾ ਜੀ, ਜ਼ਿਆਦਾ ਤਾਹਾਂ ਜੀਆਂ ਨਿਕਲਣਗੀਆਂ, ਜ਼ਿਆਦਾ ਚੀਕਾਂ ਨਿਕਲਣਗੀਆਂ, ਜ਼ਿਆਦਾ ਰੋਵਾਂਗੇ। ਬਸ ਉਹੀ ਚੀਜ਼ ਆ ਕਿ ਇਹ ਕਾਇਨਾਤ ਦੇਣ 'ਤੇ ਖੜੀ ਆ ਨਾ, ਮਰਦੀ ਕਦੇ ਨਹੀਂ। ਜਿੰਨਾ ਤੁਸੀਂ ਦੂਸਰਿਆਂ ਨੂੰ, ਕੀ ਕਾਇਨਾਤ ਦੇ ਹਿੱਸੇ ਨੇ, ਦੂਸਰਾ ਕੁਝ ਨਹੀਂ ਹੈ, ਤੇ ਉਹਨੂੰ ਵੰਡੋਗੇ, ਉਸ ਤੋਂ ਪਹਿਲਾਂ ਤੁਹਾਨੂੰ ਉਹ ਰਿਸੀਵ ਕਰਨਾ ਪਊਗਾ। ਤੁਹਾਨੂੰ ਹਸਾਉਣ ਲਈ ਪਹਿਲਾਂ ਸਮਾਈਲ ਕਰਨਾ ਪਊਗਾ। ਇਹ ਬੇਸਿਕ ਹੈ, ਐਵਰੀਬਾਡੀ ਨੋਜ਼। ਰੋਜ਼ ਤੁਹਾਨੂੰ ਗੁੱਡ ਮਾਰਨਿੰਗ ਦੇ ਮੈਸੇਜਾਂ 'ਚ ਆਉਂਦਾ ਨਾ, 50 ਮੈਸੇਜ ਤਾਂ ਡਿਲੀਟ ਹੀ ਕਰਨੇ ਪੈਂਦੇ ਆ, ਵੀ ਕੀ ਕਰੀਏ ਹੁਣ, ਟਾਈਮ ਸੇਵ ਕਰਨਾ। ਸੋ
ਇਹ ਲਾਅ ਹੈ, ਕਾਇਨਾਤ ਦਾ ਲਾਅ ਹੈ, ਕਾਨੂੰਨ ਹੈ ਉਹਦਾ ਕਾਨੂੰਨ ਕਦੇ ਫੇਲ ਨਹੀਂ ਹੁੰਦਾ ਜੀ, ਉਹਦਾ ਕਾਨੂੰਨ ਕਦੇ ਬਦਲਦਾ ਨਹੀਂ, ਉਹ ਕਾਨੂੰਨ ਐਗਜ਼ਿਸਟ ਕਰਦੇ ਆ ਜੀ। ਹੋਰ ਜਿਹੜੇ ਮਜ਼ਹਬ ਹੈ ਇਹਨਾਂ ਦੇ ਕਾਨੂੰਨ ਬਦਲ ਜਾਂਦੇ ਆ ਜੀ। ਹਿੰਦੂਇਜ਼ਮ ਹੋਵੇ, ਅੱਜ ਤੋਂ ਪੁਰਾਣਾ ਹਿੰਦੂਇਜ਼ਮ ਕਿਵੇਂ ਦਾ ਸੀਗਾ ਜੀ, ਸਿੱਖੀਜ਼ਮ ਹੋਵੇ 500 ਸਾਲ ਪਹਿਲਾਂ ਸਿੱਖੀਜ਼ਮ ਕਿਵੇਂ ਦਾ ਸੀਗਾ ਜੀ, ਜੈਨਿਜ਼ਮ ਬਦਲ ਗਿਆ ਜੀ, ਜੈਨਿਜ਼ਮ ਨੂੰ ਕਿਵੇਂ ਇੱਥੋਂ ਹਿੰਦੁਸਤਾਨ 'ਚੋਂ ਕੱਢਿਆ ਗਿਆ ਸੀਗਾ ਜਦੋਂ ਬੁੱਧਿਜ਼ਮ ਨੂੰ ਕੱਢਿਆ ਗਿਆ, ਪਰ ਨਾਓ ਦੇ ਆਰ ਵਿਦ ਦਾ ਹਿੰਦੂਇਜ਼ਮ ਜੀ। ਸੋ ਇਹ ਚੀਜ਼ਾਂ ਦੇ ਬਦਲ ਜਾਣਗੀਆਂ, ਕਾਇਨਾਤ ਨਹੀਂ ਕਦੇ ਵੀ ਬਦਲੇਗੀ। ਕਾਇਨਾਤ ਦਾ ਲਾਸਟਲੀ ਮੈਂ ਉੱਥੇ ਹੀ ਗੱਲ ਕਰਦਾ ਹਾਂ ਜਿੱਥੇ ਮੁਕਾਉਣੀ ਸੀ, ਹੈ ਵੀ ਗੱਲ ਹੋਈ, ਦੇਈ ਜਾਓ ਯੂ ਵਿਲ ਬੀ ਹੈਪੀ, ਯੂ ਵਿਲ ਬੀ, ਕਿਉਂਕਿ ਦੇਣਾ ਉਹ ਆ ਤੁਸੀਂ, ਜੇ ਦੇਣਾ ਉਦੋਂ ਆ ਤੁਸੀਂ, ਇਹ ਉਦੋਂ ਹੋਣਾ ਤੁਹਾਡੇ ਤੋਂ ਦੇਣ ਦਾ ਕੰਮ ਜਦੋਂ ਤੁਹਾਡੇ ਕੋਲ ਹੋਏਗਾ ਕੁਛ, ਬਿਲਕੁਲ, ਅਤੇ ਤੁਸੀਂ ਖੁਸ਼ੀਆਂ ਵੰਡੋ, ਕਿਉਂਕਿ ਉਹ ਹੈ ਹੀ ਰਾਮ ਦਿਆਲ ਨੇ। ਮੈਂ ਤਾਂ ਆਪਣਾ ਬਚਪਨ ਦੇਖਦਾ ਉਹਨਾਂ 'ਚ, ਮੈਂ ਤਾਂ ਆਪਣੀ ਗਰੀਬੀ ਲੱਭਦਾ ਉਹਨਾਂ 'ਚ ਜਾ ਕੇ, ਅਤੇ ਜਦੋਂ ਮੈਂ ਉਹਨਾਂ ਦਿਨਾਂ ਨੂੰ ਯਾਦ ਕਰਦਾ ਅਤੇ ਮੈਨੂੰ ਵਧੀਆ ਲੱਗਦਾ, ਮੇਰੀ ਫੀਲਿੰਗ, ਮੈਂ ਡਰਾਈਵ ਕਰਦੇ ਵੀ ਕਿਤੇ ਜਾ ਰਿਹਾ ਹੋਵਾਂ ਅਤੇ ਮੈਨੂੰ ਵਧੀਆ ਲੱਗਦਾ ਵੀ ਉਹ ਬੱਚੇ ਨੇ। ਹੁਣ ਮੈਂ ਛੋਟੀ ਜਿਹੀ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦਾ। ਇੱਕ ਬੱਚਾ ਮੈਂ ਪੜ੍ਹਾਇਆ, ਉਹ ਬੱਚਾ ਛੱਤ ਤੋਂ ਗਿਰ ਗਿਆ ਸੀ ਸਕੂਲ ਦੇ ਵਿੱਚ, ਉਹਦੀ ਬੈਕਬੋਨ ਫ੍ਰੈਕਚਰ, PGI ਇਲਾਜ ਚੱਲਦਾ ਰਿਹਾ 2-3 ਸਾਲ ਉਹਦਾ। ਉਸ ਤੋਂ ਬਾਅਦ ਉਹ ਬਹੁਤ ਹੁਸ਼ਿਆਰ ਬੱਚਾ ਸੀਗਾ ਅਤੇ ਉਹ ਸਰਵਾਈਵ ਕਰ ਗਿਆ। ਸਰਵਾਈਵ ਕਰਨ ਤੋਂ ਬਾਅਦ ਉਹ BA ਕਰ ਗਿਆ ਵਿਦ ਮੈਥਮੈਟਿਕਸ ਉਹਦਾ ਬਹੁਤ ਅੱਛਾ ਸਬਜੈਕਟ ਸੀ, ਅਤੇ ਹੁਣ ਉਹ ਪਤਾ ਨਹੀਂ ਕਿੰਨੇ 100 ਸਟੂਡੈਂਟਾਂ ਨੂੰ ਪੜ੍ਹਾਉਂਦਾ ਵੀ ਆ। ਮੈਂ ਉਹਨੂੰ ਥੋੜ੍ਹੀ ਸਪੋਰਟ ਹੁਣ ਕਰਦਾ, ਉਹ ਗੇਨ ਵੀ ਕਰਦਾ, ਅਰਨ ਕਰਨ ਲੱਗ ਗਿਆ। ਅਤੇ ਉਹ ਮੇਰੇ ਕੋਲ ਵੀ ਟਿਊਸ਼ਨ ਦਿੰਦਾ ਮੈਂ 5ਵੀਂ ਕਲਾਸ ਦੇ ਬੱਚਿਆਂ ਨੂੰ। ਇਸ ਵੇਲੇ 1600 ਬੱਚਾ ਮੇਰੇ ਕੋਲ ਕੋਚਿੰਗ ਲੈ ਰਿਹਾ। ਜੇ ਉਹ ਇੱਕ ਵੀ ਬੱਚਾ ਪਾਸ ਹੋ ਜਾਂਦਾ ਅਤੇ ਉਹਨੂੰ 7 ਲੱਖ ਰੁਪਏ ਦਾ ਫਾਇਦਾ ਹੁੰਦਾ ਹੈ ਨਵੋਦਿਆ ਦੀ। ਉਹਦੇ ਵਿੱਚ ਉਹ ਪੜ੍ਹਾ ਰਿਹਾ, ਉਹ ਟੀਚਰ ਦਾ ਕੰਮ ਕਰ ਰਿਹਾ। ਹੁਣ ਮੈਂ ਫੰਕਸ਼ਨ ਕਰਨਾ ਸੀ ਅਤੇ ਉਹਨੂੰ ਮੈਂ ਕਿਹਾ, ਅਵਤਾਰ ਹੈ ਉਹਦਾ ਨਾਮ, ਮੈਂ ਕਿਹਾ ਅਵਤਾਰ ਯਾਰ, ਕਿ ਉੱਥੇ ਬੱਚੇ ਜਦੋਂ ਆਪਾਂ ਡੈਕਲਾਮੇਸ਼ਨ ਕੰਟੈਸਟ ਹੁੰਦਾ ਅਤੇ ਉੱਥੇ ਬੱਚੇ ਬੋਲਦੇ ਨੇ ਅਤੇ ਪੱਖੇ ਚਲਾਈ ਦੇ ਨਾ, ਆਵਾਜ਼ ਬੜੀ ਕਰਦੇ ਨੇ, ਅਤੇ ਆਪਾਂ ਹੱਥ ਵਾਲੇ ਪੱਖੇ ਜਿਹੜੇ ਪੁਰਾਣੇ ਗੁਰਦੁਆਰਿਆਂ 'ਚ ਜਾਂ ਉਹ ਫੰਕਸ਼ਨਾਂ 'ਚ ਹੁੰਦੇ ਸੀ, ਉਹ ਆਪਾਂ ਲੱਭਣੇ ਨੇ। ਉਹਨੇ ਲੱਭ ਲਏ ਜੀ, ਅਤੇ ਮੈਂ ਕਿਹਾ ਅਵਤਾਰ ਲੱਭ ਲਏ? ਕਹਿੰਦਾ ਹਾਂਜੀ ਲੱਭ ਲਏ। ਅਤੇ ਮੈਂ ਕਿਹਾ ਯਾਰ ਚਲੋ, ਕਹਿੰਦਾ ਸਰ ਤੁਸੀਂ ਖਰਚਾ ਬਹੁਤ ਕਰ ਰਹੇ ਹੋ, ਕਿ ਮੈਨੂੰ 60,000 ਰੁਪਈਆ ਸਟਾਈਫੰਡ ਮਿਲਿਆ, ਸਕਾਲਰਸ਼ਿਪ ਮਿਲੀ ਆ BA ਫਾਈਨਲ ਦੀ ਜੀ, ਅਤੇ ਮੈਂ ਤੁਹਾਡੀ ਮਦਦ ਕਰਨੀ ਚਾਹੁੰਦਾ। ਕਿਆ ਬਾਤ ਹੈ। ਮੈਨੂੰ ਉਸ ਗੱਲ ਨੇ ਅੱਜ ਵੀ ਮੈਂ ਮਤਲਬ ਇਹ ਫੀਲ ਹੁੰਦਾ ਹੈ ਕਿ ਵਾਹ ਰਾਮਦਿਆਲ, ਤੂੰ ਤਾਂ ਇੱਦਾਂ ਦਾ ਨਹੀਂ ਸੀਗਾ ਬਚਪਨ 'ਚ, ਤੂੰ ਤਾਂ ਕਾਲਜ ਟਾਈਮ 'ਚ ਇੱਦਾਂ ਨਹੀਂ ਕੀਤਾ, ਦੇਖ ਰਾਮਦਿਆਲ ਕਿਵੇਂ ਕਰ ਰਹੇ ਨੇ। ਉਹਨੂੰ ਫਿਰ ਮੈਂ ਕੁਛ ਕਰ ਨਹੀਂ ਸਕਿਆ। ਇਸ ਤੋਂ ਬਾਅਦ ਮੈਂ ਕੁਛ ਇਹ ਤਾਂ ਨਹੀਂ ਕਿਹਾ ਕਿਉਂਕਿ ਮੇਰੇ ਕੋਲ ਪੈਸੇ ਸੀਗੇ, ਬਟ ਮੈਂ ਉਹਨੂੰ ਇੱਕ ਕਿਹਾ, ਜਿੱਦਾਂ ਬੱਚਿਆਂ ਨੂੰ ਇਨਾਮ ਵੰਡਣੇ ਸੀ, ਮੈਂ ਕਿਹਾ ਕਿ ਇਹ ਸਾਡਾ ਚੀਫ ਗੈਸਟ ਹੈ। ਕਿਆ ਬਾਤ ਹੈ। ਇਹ ਹੈ ਚੀਫ ਗੈਸਟ ਜੀ, ਹੀ ਡਿਜ਼ਰਵ ਟੂ ਏ ਚੀਫ ਗੈਸਟ। ਅੱਜ ਇਹ ਰਾਮਦਿਆਲ ਤੋਂ ਵੀ ਵੱਡਾ ਹੈ ਜੀ, ਇਹ ਵੱਡਾ ਰਾਮਦਿਆਲ ਹੈ ਜੀ। ਅਤੇ ਮੈਂ ਉਹਦੇ ਕੋਲੋਂ ਸਾਰੇ ਬੱਚਿਆਂ ਨੇ ਜਿਨ੍ਹਾਂ ਨੇ ਡੈਕਲਾਮੇਸ਼ਨ ਕੰਟੈਸਟ ਜਿੱਤਿਆ ਸੀ, ਕੁਇਜ਼ ਕੰਟੈਸਟ ਜਿੱਤਿਆ ਸੀ, ਉਹਦੇ ਕੋਲੋਂ ਭਗਤ ਸਿੰਘ ਦੇ ਘਰ, ਭਗਤ ਸਿੰਘ ਦੇ ਪਿੰਡ, ਉਹਦੀ ਸਮਾਧ 'ਤੇ ਬੈਠ ਕੇ, ਮਤਲਬ ਜਦੋਂ ਉਹਨੇ ਉਹ ਚਲੋ ਪ੍ਰਾਈਜ਼ ਡਿਸਟਰੀਬਿਊਸ਼ਨ ਹੋਇਆ ਅਤੇ ਮੈਨੂੰ ਅੱਜ ਤੱਕ ਵਧੀਆ ਲੱਗਦਾ। ਤੁਸੀਂ ਵੰਡੀ ਜਾਂਦੇ ਹੋ ਅਤੇ ਉਹ ਓਕਰੈਂਸ ਨੂੰ ਫਿਰ ਯਾਦ ਵੀ ਕਰਦੇ ਹੋ ਕਿਤੇ ਜੀ। ਵਾਓ ਨਿਕਲਦਾ ਤੁਹਾਡਾ ਜਿਹੜਾ ਵਾਓ ਹੈ, ਸ਼ੁਕਰਾਨਾ ਹੈ। ਸ਼ੁਕਰਾਨਾ ਤਾਂ ਅਕਸ਼ਰ ਹੈ ਨਾ, ਉਸ ਤੋਂ ਪਹਿਲਾਂ ਸੈਂਸ ਬਣਦੀ ਅੰਦਰ ਤੁਹਾਡੇ ਮਾਈਂਡ 'ਚ, ਤੁਸੀਂ ਜੋ ਵੀ ਬੋਲਦੇ ਹੋ ਨਾ ਜੀ, ਉਸ ਤੋਂ ਪਹਿਲਾਂ ਇੱਕ ਭਾਵ ਬਣਦਾ। ਨਾਨਕ ਬਾਬਾ ਬਹੁਤ ਗੱਲ ਕਰਦਾ ਹੈ ਭਾਵ ਦੀ, ਭਾਵ ਉੱਗਦਾ ਹੈ ਮਾਈਂਡ ਦੇ ਵਿੱਚ, ਇਮੋਸ਼ਨਸ ਉੱਗਦੇ ਨੇ, ਉਹ ਇਮੋਸ਼ਨ ਤੋਂ ਬਾਅਦ ਅੱਖਰ ਤੁਸੀਂ ਬੋਲਦੇ ਹੋ, ਅਤੇ ਉਹ ਭਾਵ ਤੁਹਾਨੂੰ ਬਹੁਤ ਈਜ਼ੀ ਕਰਦਾ ਹੈ, ਅਤੇ ਫਿਰ ਸ਼ੁਕਰਾਨਾ ਹੀ ਨਿਕਲਦਾ ਰਹਿੰਦਾ ਹੈ ਜੀ। ਇੱਦਾਂ ਦੇ ਭਾਵ ਨੂੰ ਐਕਿਊਮੂਲੇਟ ਕਰੀਏ, ਤੁਸੀਂ ਖਜ਼ਾਨਾ ਇਕੱਠਾ ਕਰੀ ਜਾਓ। ਈਟ ਇਟ, ਡਰਿੰਕ ਇਟ, ਲਿਵ ਇਟ ਜੀ। ਸਰ ਬਹੁਤ ਖੂਬ ਗੱਲ ਕਹੀ। ਅੱਛਾ ਸਰ, ਇਹ ਦੱਸੋ ਕਿ ਮੈਂ ਇਹ ਚੀਜ਼ ਦੇ ਨਾਲ ਸਹਿਮਤ ਹਾਂ ਕਿ ਤੁਸੀਂ ਆਪਣੇ ਆਪ ਦੇ ਉੱਤੇ ਪੂਰਾ ਕੰਟਰੋਲ ਕਰ ਲਿਆ ਹੈ, ਮਾਈਂਡ ਦੇ ਉੱਤੇ ਕੰਟਰੋਲ ਕਰ ਲਿਆ ਹੈ, ਪਰ ਕਹਿੰਦੇ ਨੇ ਕਿ ਖੁਆਇਸ਼ ਕਿਤੇ ਨਾ ਕਿਤੇ ਹਰ ਇੱਕ ਦੇ ਅੰਦਰ ਹੁੰਦੀ ਹੀ ਹੈ। ਅਤੇ ਇਸ ਸਮੇਂ ਇੰਸਪੈਕਟਰ ਰਾਮਦਿਆਲ ਦੀ ਕੀ ਖੁਆਇਸ਼ ਹੈ, ਉਹ ਕੀ ਅਚੀਵ ਕਰਨਾ ਚਾਹੁੰਦੇ ਹੈ, ਜਾਂ ਕੀ ਉਹਨਾਂ ਦੇ ਦਿਲ ਦੇ ਵਿੱਚ ਹੈ ਜੋ ਉਹਨਾਂ ਦੀ ਇੱਛਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਜਿੰਨੇ ਵੀ ਮੇਰੇ ਦਿਨ, ਜਿੰਨੇ ਵੀ ਮੇਰੇ ਸਾਲ ਲਿਖੇ ਆ, ਉਹਨਾਂ ਵਿੱਚੋਂ ਮੈਂ ਖੁਆਇਸ਼ ਜ਼ਰੂਰ ਪੂਰੀ ਕਰਾਂ?
ਹਾਂ ਬੇਸਿਕਲੀ ਖੁਆਇਸ਼ਾਂ ਜਿਹੜਾ ਬੇਕਾਰ ਪੰਜ ਤੁਸੀਂ ਕਹਿੰਦੇ ਨਾ ਬਹੁਤ ਮੈਂ ਮਨ ਨੂੰ ਫੜ ਲਿਆ ਤੁਸੀਂ ਇਹ ਡਾਇਲੋਗ ਬੋਲਿਆ ਮੈਨੂੰ ਕੁਐਸਚਨ ਪੁੱਛਣ ਤੋਂ ਪਹਿਲਾਂ ਇੱਦਾਂ ਦਾ ਕੁਛ ਨਹੀਂ ਹੈ ਆਈ ਐਮ ਨਾਟ ਏ ਸੇਂਟ ਈਵਨ ਆਈ ਐਮ ਟੈਂਪਰੇਰੀ ਈਵਨ ordinary even bad human being so but ਇੰਨਾ ਜ਼ਰੂਰ ਆ ਕਿ ਖੁਆਇਸ਼ਾਂ ਦਾ ਤਾਂ ਅੰਬਾਰ ਹੈ ਮੇਰੇ ਕੋਲੇ ਤੁਹਾਡੀ ਤਰ੍ਹਾਂ ਐਵਰੀਬਡੀ ਦੀ ਤਰ੍ਹਾਂ ਖੁਆਇਸ਼ਾਂ ਦਾ ਅੰਬਾਰ ਹੈ ਕੋਈ ਸੁਪਨਾ ਕੁਛ ਕਰਨ ਨੂੰ ਕਹਿੰਦਾ ਹੈ ਕੋਈ ਕੁਛ ਕਰਨ ਨੂੰ ਕਹਿੰਦਾ ਹੈ ਕੋਈ ਕੁਛ ਕਰਨ ਨੂੰ ਕਹਿੰਦਾ ਹੈ ਪਰ ਇੰਨਾ ਆ ਕਿ ਇੱਕ ਚੀਜ਼ ਬਹੁਤ ਇਸ ਦੇ ਵਿੱਚ ਸਮਝ ਆਉਂਦੀ ਹੈ ਕਿ ਇਸ ਕੌਜ਼ ਲਈ ਮਰਿਆ ਜਾ ਸਕਦਾ ਹੈ ਕਿਸ ਕੌਜ਼ ਲਈ ਉਹ ਕੌਜ਼ ਲੱਭਿਆ ਜਾਣਾ ਚਾਹੀਦਾ ਇਸ ਧਰਤੀ 'ਤੇ ਮੈਂ ਅੰਨਾ ਹਜ਼ਾਰੇ ਜੀ ਨੂੰ ਚਿੱਠੀ ਵੀ ਲਿਖੀ ਸੀ ਉਦਣ ਬਟ ਦੈਟ ਵਾਜ਼ ਮਾਈ ਫੋਲਟ ਈਵਨ ਸਮਹਾਓ ਕਿ ਜਦੋਂ ਇਸ ਏਸ਼ੀਆ ਦੇ ਵਿੱਚ ਲੋਕ ਮਰ ਜਾਂਦੇ ਨੇ ਉਹਨਾਂ ਨੂੰ ਜ਼ਿਆਦਾ ਉਹ ਕਰਿਆ ਜਾਂਦਾ ਫੋਲੋ ਉਹਦਾ ਮੈਸੇਜ ਜ਼ਿਆਦਾ ਉਹਦਾ ਮੈਸੇਜ ਜਿਹੜਾ ਨਾ ਜ਼ਿਆਦਾ ਐਕੂਰੇਟਲੀ ਦਿੱਤਾ ਜਾਂਦਾ ਕਿ ਵਟ ਹੀ ਵਾਂਟ ਬਟ ਜੀਂਦੇ ਬੰਦੇ ਨੂੰ ਇੱਥੇ ਨੁਕਸੇ ਹੀ ਕੱਢਦੇ ਰਹਿੰਦੇ ਨੇ ਐਨੀ ਹਾਓ ਮੈਂ ਉਸ ਦੀ ਡਾਇਲੋਗ 'ਤੇ ਥੋੜ੍ਹਾ ਸੋਚਦਾ ਜ਼ਰੂਰ ਹਾਂ ਕਿ ਕੇਸ ਕੰਸਰਨ ਲਈ ਔਰ ਡੈਥ ਇਜ਼ ਸ਼ੋਰ this is a automatically transformation whatsoever there are so many books it definitely happen it have to happen so ਇਹ ਮੇਰੇ ਮਨ 'ਚ ਇੱਕ ਛੋਟੀ ਜਿਹੀ ਕਿਰਨ ਉੱਗ ਰਹੀ ਹੈ ਹਾਲੇ ਜਿਹਦੇ 'ਤੇ ਮੈਂ ਕੰਮ ਕਰਨਾ ਚਾਹੁੰਦਾ this is my wish ਜੀ ਵਾਕਈ ਬਹੁਤ ਖੂਬਸੂਰਤ ਵਿਸ਼ ਹੈ ਤੇ ਬਹੁਤ ਯੂਨੀਕ ਵੀ ਹੈ ਦੋਸਤੋ ਜਦੋਂ ਇੰਟਰਵਿਊ ਦੀ ਸ਼ੁਰੂਆਤ ਕੀਤੀ ਸੀ ਤੇ ਸਰ ਨੇ ਹਾਦਸੇ ਦਾ ਜ਼ਿਕਰ ਕੀਤਾ ਸੀ ਤਾਂ ਉਸ ਸਮੇਂ ਮੈਂ ਸੋਚਿਆ ਸੀ ਕਿ ਇੰਟਰਵਿਊ ਥੋੜੀ ਸੈਡ ਹੋ ਸਕਦੀ ਹੈ ਥੋੜੀ ਇਮੋਸ਼ਨਲ ਹੋ ਸਕਦੀ ਹੈ ਪਰ ਇਹ ਇੰਟਰਵਿਊ ਇਸ ਤਰ੍ਹਾਂ ਦੀ ਰਹੀ ਕਿ ਮੇਰੇ ਚਿਹਰੇ ਤੋਂ ਸਮਾਈਲ ਹੀ ਨਹੀਂ ਗਈ ਕਿਉਂਕਿ ਬਹੁਤ ਹੀ ਪੋਜ਼ਿਟਿਵਿਟੀ ਜੋ ਹੈ ਉਹ ਮੈਂ ਮਹਿਸੂਸ ਕੀਤੀ ਹੈ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਹੁੰਦੀਆਂ ਜੋ ਹਰ ਇੱਕ ਇਨਸਾਨ ਸੁਣਨ ਦਾ ਇੱਛੁਕ ਹੁੰਦਾ ਹੈ ਕਿਉਂਕਿ ਹਰ ਇੱਕ ਇਨਸਾਨ ਕਿਤੇ ਨਾ ਕਿਤੋਂ ਕੁਝ ਥੋੜ੍ਹਾ ਬਹੁਤਾ ਟੁੱਟਿਆ ਤਾਂ ਹੁੰਦਾ ਹੀ ਹੈ ਅਤੇ ਜੇਕਰ ਉਹ ਗੱਲਾਂ ਉਹਨੂੰ ਆਰਾਮ ਦਿੰਦੀਆਂ ਨੇ ਜਾਂ ਉਹਨੂੰ ਥੋੜ੍ਹਾ ਜਿਹਾ ਵੀ ਅਵੇਅਰ ਕਰਦੀਆਂ ਨੇ ਤਾਂ ਵਾਕਈ ਹੀ ਬਹੁਤ ਹੀ ਖੂਬਸੂਰਤ ਗੱਲ ਹੁੰਦੀ ਹੈ ਸਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕੁਛ ਵੀ ਨਹੀਂ ਜੀ ਨਥਿੰਗ ਦਰਸ਼ਕ ਮੈਨੂੰ ਦੱਸ ਦੇਣ ਮੈਂ ਕੀ ਕਹਿ ਸਕਦਾ ਮੈਂ ਤਾਂ ਬੇਸਿਕਲੀ ਆਪਣੇ ਮਨ ਨੂੰ ਵਾਚ ਕਰਨ ਦਾ ਤਰੀਕਾ ਜਿਹਾ ਅਪਣਾਉਣਾ ਚਾਹੁੰਦਾ ਉਹਦੀ ਹੈਬਿਟ ਬਣਾਉਣੀ ਚਾਹੁੰਦਾ ਇਹੀ ਮੈਂ ਕਰਦਾ ਅਤੇ ਕੋਈ ਵੀ ਕਰੇ ਜਿੰਨਾ ਮੈਨੂੰ ਸਕੂਨ ਮਿਲਦਾ ਸ਼ਾਇਦ ਦੂਸਰਿਆਂ ਨੂੰ ਵੀ ਮਿਲ ਜਾਏਗਾ ਸੇ ਦਿਸ ਇਜ਼ ਏ ਜਸਟ ਯੂ ਨੋ ਕੀਪ ਵਾਚ ਔਨ ਯੋਰ ਮਾਈਂਡ ਯੂ ਸ਼ੁੱਡ ਬੀ ਅਵੇਅਰ ਆਫ ਯੋਰ ਸੈਲਫ ਜੀ ਧਰਮ ਇੰਡੀਵਿਜੂਅਲ ਵਿਸ਼ਾ ਹੈ ਜੀ ਗਰੁੱਪ ਦਾ ਵਿਸ਼ਾ ਨਹੀਂ ਹੈ ਜੀ ਤੁਸੀਂ ਕੋਈ ਵੀ 1000 ਬੰਦਾ 500 ਬੰਦਾ 2 ਬੰਦੇ ਲੱਖ ਬੰਦਾ ਇਹ ਨਹੀਂ ਕਹਿ ਸਕਦਾ ਅਸੀਂ ਫਲਾਣੇ ਧਰਮ ਦੇ ਨਾ ਉਹ ਮਜ਼ਹਬ ਤਾਂ ਕਹਿ ਸਕਦੇ ਨੇ ਜੀ ਧਾਰਮਿਕ ਹੋਣਾ ਬੰਦੇ ਲਈ ਬਹੁਤ ਜ਼ਰੂਰੀ ਹੈ ਦੈਟ ਇਜ਼ ਏ ਇੰਡੀਵਿਜੂਅਲ ਗੇਮ ਇੰਡੀਵਿਜੂਅਲ ਟਾਸਕ ਇੰਡੀਵਿਜੂਅਲ ਫਿਨੋਮੀਨਾ ਰਿਲੀਜਨ ਇਜ਼ ਏ ਇੰਡੀਵਿਜੂਅਲ ਫਿਨੋਮੀਨਾ ਆਪਣੇ ਮਾਈਂਡ ਦੀ ਗੇਮ ਆ ਇਹ ਮਾਈਂਡ ਦਾ ਕੰਸਰਨ ਹੈ ਸੋ ਬੀ ਰਿਲੀਜੀਅਸ ਜੀ ਦਿਸ ਇਜ਼ ਮਾਈ ਰਿਕੁਐਸਟ ਟੂ ਐਵਰੀਬਾਡੀ ਜੀ ਥੈਂਕ ਯੂ ਵਾਕਈ ਦੋਸਤੋ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿਉਂਕਿ ਪੂਰੇ ਇੰਟਰਵਿਊ ਦੇ ਦੌਰਾਨ ਜੋ ਮੈਂ ਮਹਿਸੂਸ ਕੀਤੀ ਹੈ ਕਿ ਖੁਸ਼ੀਆਂ ਵੰਡਣ ਦੇ ਨਾਲ ਵੱਧ ਜਾਂਦੀਆਂ ਨੇ ਅਤੇ ਦੁੱਖ ਵੰਡਣ ਦੇ ਨਾਲ ਘੱਟ ਜਾਂਦੇ ਨੇ ਅਤੇ ਜ਼ਿੰਦਗੀ ਦੇ ਵਿੱਚ ਕਦੇ ਵੀ ਜੇ ਸਾਡੀ ਜ਼ਿੰਦਗੀ ਵਿੱਚ ਕੋਈ ਇੱਦਾਂ ਦਾ ਮੁਕਾਮ ਆਉਂਦਾ ਹੈ ਜਾਂ ਕੋਈ ਇੱਦਾਂ ਦਾ ਹਾਦਸਾ ਹੋ ਜਾਂਦਾ ਹੈ ਤਾਂ ਇਹ ਨਹੀਂ ਸੋਚਣਾ ਚਾਹੀਦਾ ਕਿ ਬਸ ਜ਼ਿੰਦਗੀ ਇੱਥੇ ਖਤਮ ਹੋ ਚੁੱਕੀ ਹੈ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਸ਼ਾਇਦ ਅੱਜ ਜਿਸ ਰਾਮਦਿਆਲ ਦੇ ਨਾਲ ਅਸੀਂ ਬੈਠੇ ਹਾਂ ਇਹ ਰਾਮਦਿਆਲ ਦੇ ਨਾਲ ਅਸੀਂ ਕਦੇ ਵੀ ਨਾ ਬੈਠੇ ਹੁੰਦੇ ਜੇਕਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਹਾਦਸਾ ਨਾ ਹੁੰਦਾ ਅਤੇ ਸ਼ਾਇਦ ਜੋ ਅੱਜ ਇਹਨਾਂ ਨੇ ਇੰਨਾ ਕੁਝ ਆਪਣੀ ਲਾਈਫ ਤੋਂ ਸਿੱਖ ਕੇ ਦੂਜਿਆਂ ਵਿੱਚ ਵੰਡ ਰਹੇ ਆ ਇਹ ਕਦੇ ਵੀ ਵੰਡ ਨਹੀਂ ਰਹੇ ਹੁੰਦੇ ਜੇਕਰ ਉਹ ਹਾਦਸਾ ਨਾ ਹੋਇਆ ਹੁੰਦਾ ਅਤੇ ਬਹੁਤ ਸਾਰੇ ਰਾਮਦਿਆਲਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਨਾਲ ਲੈ ਕੇ ਆ ਰਹੇ ਹੁੰਦੇ ਜੇਕਰ ਉਹ ਹਾਦਸਾ ਨਾ ਹੋਇਆ ਹੁੰਦਾ ਇਸ ਲਈ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ ਬਸ ਉਸਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਰਹੋ ਦੁੱਖ ਨੂੰ ਸਹਿਣ ਦੀ ਸ਼ਕਤੀ ਰੱਖੋ ਅਤੇ ਖੁਸ਼ ਰਹੋ ਬਸ ਇਹੀ ਅਸੀਂ ਅੱਜ ਦੀ ਇੰਟਰਵਿਊ ਦੇ ਵਿੱਚ ਸਿੱਖਿਆ ਹੈ ਸਰ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਰਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਧੰਨਵਾਦ